ਸਤਨਾਮ ਵਾਹਿਗੁਰੂ ਸਾਹਿਬ ਜੀ। ਸਤਨਾਮ ਵਾਹਿਗੁਰੂ ਸਾਹਿਬ ਜੀ। ਗੁਰ ਦਾਤਾ ਗੁਰ ਹਿਵੈ ਘਰ, ਗੁਰ ਦੀਪਕ ਤਿਹ ਲੋਏ। ਅਮਰ ਪਦਾਰਥ ਨਾਨਕਾ, ਮਨ ਮਾਨਿਐ ਸੁਖ ਹੋਇ। ਗੁਰ ਕੁੰਜੀ ਪਾਹੂ ਨਿਵਲ, ਮਨ ਕੋਠਾ ਤਨ ਛਤ। ਨਾਨਕ ਗੁਰ ਬਿਨ ਮਨ ਕਾ ਤਾਕ ਨ ਉਗੜੈ। ਅਵਰ ਨ ਕੁੰਜੀ ਹੱਥ, ਗਈ ਬਹੋੜ ਬੰਦੀ ਛੋੜ। ਨਿਰੰਕਾਰ ਦੁਖਦਾਰੀ, ਕਰਮ ਨ ਜਾਣਾ ਧਰਮ ਨ ਜਾਣਾ। ਲੋਭੀ ਮਾਇਆ ਤਾਰੀ, ਨਾਮ ਭਰਿਓ ਭਗਤ ਗੋਵਿੰਦ ਕਾ। ਇਹ ਰਾਖੋ ਪੈਜ ਤੁਮਹਾਰੀ, ਪੋਥੀ ਪੁਰਾਣ ਕਮਾਈਐ। ਪਉ ਵਟੀਤ ਤਨ ਪਾਈਐ, ਸਚ ਬੂਝਣ ਆਣ ਜਲਾਈਐ। ਏ ਤੇਲ ਦੀਵਾ ਇਉ ਜਲੈ, ਕਰ ਚਾਨਣ ਸਾਹਿਬ ਤਉ ਮਿਲੈ। ਬੇਸੁਮਾਰ ਅਥਾਹ ਅਗਨਤ ਅਤੁਲੈ। ਜਿਉ ਬੁਲਾਵੋ ਤਿਉ ਨਾਨਕ ਦਾਸ ਬੋਲੇ। ਸਤਨਾਮ ਵਾਹਿਗੁਰੂ ਸਾਹਿਬ ਜੀ। ਕਬੀਰ ਕਾਮ ਪਰੇ ਹਰਿ ਸਿਮਰਿਐ, ਐਸਾ ਸਿਮਰਹੁ ਨਿਤ। ਅਮਰਾਪੁਰ ਬਾਸਾ ਕਰਹੁ, ਹਰਿ ਗਿਆ ਬਹੋਰੈ ਬਿਤ। ਅਮਰਾਪੁਰ ਬਾਸਾ ਕਰਹੁ, ਹਰਿ ਗਿਆ ਬਹੋਰੈ ਬਿਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਤਿਗੁਰੂ ਗੁਰੂ ਗਰੀਬ ਨਿਵਾਜ, ਪਤਿਤ ਪਾਵਨ ਭਗਤ ਵਛਲ, ਕਿਰਪਾ ਨਿਧ ਦਇਆ ਨਿਧ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਨ ਦਇਆਲ ਪਾਤਸ਼ਾਹ, ਤਿਨਾਂ ਦੀ ਅਪਾਰ ਮਿਹਰਾਮਤ ਹੈ, ਅਥਾਹ ਬਖਸ਼ਿਸ਼ ਹੈ ਸਤਿਗੁਰੂ ਸਾਹਿਬ ਜੀ ਦੀ, ਜੋ ਸਾਨੂੰ ਸਭ ਨੂੰ ਆਪਣੀ ਮਿਹਰ ਭਰੀ ਬਖਸ਼ਿਸ਼ ਭਰੀ ਨਦਰ ਕਰਕੇ ਆਪਣੀ ਪਾਵਨ ਪਵਿੱਤਰ ਚਰਨ ਸ਼ਰਨ ਹਜ਼ੂਰੀ ਦੇ ਅੰਦਰ ਸਤ ਸੰਗਤ ਰੂਪ ਵਿੱਚ ਜੁੜਨ ਦਾ
ਸਤਿਗੁਰੂ ਕੀ ਸ਼ਬਦ ਦੇ ਪ੍ਰਕਾਸ਼ ਨੂੰ ਆਪਣੇ ਹਿਰਦੇ ਅੰਦਰ ਧਾਰਨ ਕਰਨ ਦਾ, ਸਤਿਗੁਰੂ ਕੀ ਬਾਣੀ ਦੇ ਅੰਮ੍ਰਿਤ ਰਸ ਨੂੰ ਆਪਣੇ ਹਿਰਦੇ ਅੰਦਰ ਸੰਚਣ ਦਾ, ਮਨੁੱਖਾ ਜੀਵਨ ਨੂੰ ਸਫਲ ਕਰਨ ਦਾ ਅਵਸਰ ਬਖਸ਼ਿਸ਼ ਕਰਕੇ ਨਵਾਜ਼ਿਸ਼ ਕੀਤੀ ਹੈ ਜੀ। ਬੜੇ ਸੁਭਾਗਸ਼ਾਲੀ ਹਾਂ ਜੋ ਸਤਿਗੁਰੂ ਕੀ ਬਖਸ਼ਿਸ਼ ਨੂੰ ਮਾਣਦਿਆਂ ਹੋਇਆਂ ਆਪ ਜੀ ਛਠਮ ਪੀਰ ਬੈਠਾ ਗੁਰ ਪਾਰੀ, ਬੰਦੀ ਛੋੜ ਦਾਤਾ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ, ਜਿਨ੍ਹਾਂ ਦੀ ਮਹਾਂ ਕਿਰਪਾ, ਮਹਾਂ ਨਿਵਾਜਿਸ਼, ਮਹਾਂ ਬਖਸ਼ਿਸ਼ ਗਵਾਲੀਅਰ ਦੇ ਸ਼ਾਹੀ ਜੇਲ੍ਹ ਦੇ ਵਿੱਚੋਂ ਬੰਦੀ ਛੋੜ ਦਾਤਾ 52 ਰਾਜੇ ਜਿਹੜੇ ਜੇਲ੍ਹ ਦੀ ਅਗਨ ਦੇ ਵਿੱਚ ਸੜ ਕੇ ਰਾਖ ਹੋ ਚੁੱਕੇ ਸਨ, ਉਹਨਾਂ ਨੂੰ ਸਤਿਗੁਰੂ ਨੇ ਆਪਣੀ ਛੋਹ ਦੇ ਨਾਲ ਹਰਿਆ ਕਰਕੇ ਜੀਵਨ ਦੀ ਚਾਹਤ ਜਗਾਈ। ਸ਼ਬਦ ਦੀ, ਗਿਆਨ ਦੀ, ਕਿਰਪਾ ਦੀ ਛੋਹ ਦੇ ਨਾਲ ਉਹਨਾਂ ਨੂੰ ਬੰਧਨ ਮੁਕਤ ਕਰਕੇ, ਜਿੱਥੇ ਮਨ ਦੇ, ਮਾਇਆ ਦੇ, ਅਵਿਦਿਆ ਦੇ ਬੰਧਨ ਕੱਟੇ, ਉੱਥੇ ਸਤਿਗੁਰੂ ਸਾਹਿਬ ਜੀ ਦੇ ਪ੍ਰਤੀ ਜੋ ਉਹਨਾਂ ਦੀ ਬੇਨਤੀ ਸੀ, ਸਤਿਗੁਰੂ ਜੇ ਸਾਨੂੰ ਜੀਵਨ ਮੁਕਤ ਸਰੂਪ ਦਾ ਅਭਿਆਸ ਹੋ ਗਿਆ ਹੈ ਤਾਂ ਕਿਰਪਾ ਕਰਕੇ ਨਵਾਜ਼ਿਸ਼ ਕਰੋ। ਆ ਜਿਹੜੀ ਪ੍ਰਤੱਖ ਪ੍ਰਕਾਰ ਦੀ ਸਥੂਲ ਕੈਦ ਬਣੀ ਹੈ, ਆਪਣਾ ਦਾਮਨ ਪਕੜ ਕੇ ਸਾਨੂੰ ਇਸ ਤੋਂ ਵੀ ਰਿਹਾ ਕਰ ਦਿਓ। ਗੁਰੂ ਸਾਹਿਬ ਜੀ ਨੇ ਕਿਰਪਾਲਤਾ ਕਰਕੇ ਅੱਜ ਦੇ ਦਿਨ, ਜਿਹਨੂੰ ਅਸੀਂ ਬੰਦੀ ਛੋੜ ਦਿਵਸ ਦੇ ਰੂਪ ਵਿੱਚ ਮਨਾਉਂਦੇ ਹਾਂ, ਅੱਜ ਦੇ ਦਿਨ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਐਸੀ ਮਹਾਂ ਬਖਸ਼ਿਸ਼ ਕਰਕੇ ਉਹਨਾਂ ਸਾਰੇ ਰਾਜਿਆਂ ਦਾ ਬੰਧਨ ਛੁਟਕਾ ਕਰਕੇ ਕਲਿਆਣ ਕੀਤਾ ਸੀ। ਐਸੇ ਦੀਨ ਦਇਆਲ ਸਤਿਗੁਰੂ ਦੀ ਅਸੀਂ ਪਰਮ ਬਖਸ਼ਿਸ਼ ਨੂੰ ਸਜਦਾ ਕਰਨ ਦਾ ਯਤਨ ਕਰ ਰਹੇ ਹਾਂ ਜੀ। ਸਤਿਗੁਰੂ ਕੀ ਕਿਰਪਾ ਸਦਕਾ ਪਾਵਨ ਬਾਣੀ ਦੀ ਲੜੀਵਾਰ ਵਿਚਾਰ ਦੇ ਨਾਲ ਜੁੜਨ ਦਾ ਯਤਨ ਕਰੀਏ ਜੀ। ਪਾਵਨ ਬਾਣੀ ਦੀ ਵਿਚਾਰ ਪ੍ਰਾਰੰਭ ਕਰਨ ਤੋਂ ਪਹਿਲਾਂ ਬੜੇ ਅਦਬ ਸਹਿਤ ਉਚਾਰਨ ਕਰੋ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਕਬੀਰ ਕਾਮ ਪਰੇ ਹਰਿ ਸਿਮਰਿਐ, ਐਸਾ ਸਿਮਰੋ ਨਿਤ। ਭਗਤ ਸਿਰਮੌਰ ਭਗਤ ਕਬੀਰ ਸਾਹਿਬ ਜੀ, ਜਿਨ੍ਹਾਂ ਦੇ ਪਾਵਨ ਸ਼ਲੋਕਾਂ ਦੀ ਲੜੀਵਾਰ ਵਿਆਖਿਆ ਦੁਆਰਾ ਆਪ ਜੀ ਗੁਰੂ ਕੀ ਗਿਆਨਮਈ ਬਖਸ਼ਿਸ਼ ਨੂੰ ਮਾਣ ਰਹੇ ਹੋ। ਲੜੀਵਾਰ ਸ਼ਲੋਕਾਂ ਦੇ ਅੰਤਰਗਤ ਭਗਤ ਕਬੀਰ ਸਾਹਿਬ ਜੀ ਨੇ ਇਸ ਤੋਂ ਪਹਿਲੇ ਸ਼ਲੋਕਾਂ ਦੇ ਵਿੱਚ ਬਖਸ਼ਿਸ਼ ਕਰਕੇ ਨਵਾਜ਼ਿਸ਼ ਕੀਤੀ ਸੀ ਕਿ ਪਰਮੇਸ਼ਰ, ਉਹਦੀ ਅਭੇਦਤਾ ਬੜੀ ਅਮੋਲਕ ਹੈ। ਜਿਵੇਂ ਇੱਕ ਗਹਿਣੇ ਨੂੰ ਧਾਰਨ ਕਰਨ ਦੇ ਨਾਲ ਮਨੁੱਖ ਦੇ ਰੂਪ ਦੀ ਸੁੰਦਰਤਾ ਕਈ ਗੁਣਾ ਵੱਧ ਜਾਂਦੀ ਹੈ, ਇਵੇਂ ਜਦੋਂ ਪ੍ਰਭੂ ਸਿਮਰਨ ਰੂਪ ਹੋ ਕੇ, ਗੁਣ ਰੂਪ ਹੋ ਕੇ, ਸਾਡੇ ਜੀਵਨ ਦੀ ਉੱਚੀ ਅਵਸਥਾ ਰੂਪ ਹੋ ਕੇ ਹਰ ਹੀਰਾ ਸਾਡੇ ਹਿਰਦੇ ਅੰਦਰ ਸਮਾ ਜਾਂਦਾ ਹੈ, ਉਦੋਂ ਸਾਡੇ ਜੀਵਨ ਦੀ ਅਸਲ ਉੱਚਤਾ ਪ੍ਰਗਟ ਹੁੰਦੀ ਹੈ। ਅਤੇ ਇਸ ਕਰਕੇ ਉਹ ਸ਼ੁਭ ਗੁਣ ਭਗਤੀ ਰੂਪ, ਗਿਆਨ ਰੂਪ, ਵੈਰਾਗ ਰੂਪ, ਸਤਸੰਗਤ ਪ੍ਰੀਤ ਰੂਪ ਗੁਣ ਆਪਣੇ ਅੰਦਰ ਸੰਗ੍ਰਹਿਤ ਕਰਨੇ ਚਾਹੀਦੇ ਹਨ, ਜਿਨ੍ਹਾਂ ਦੇ ਨਾਲ ਜੀਵਨ ਅਮੋਲਕ ਹੋ ਜਾਵੇ। ਅਤੇ ਐਸੀ ਸੋਝੀ ਪੂਰਨ ਸਤਿਗੁਰੂ ਦੇ ਚਰਨਾਂ ਵਿੱਚੋਂ ਮਿਲਦੀ ਹੈ। ਐਸੀ ਸੋਝੀ ਧਾਰਨ ਕਰਨ ਦੇ ਲਈ ਮਨੁੱਖ ਦੇ ਅੰਦਰ ਜਗਿਆਸੂ ਭਾਵ ਹੋਣਾ ਬੜਾ ਜ਼ਰੂਰੀ ਹੈ। ਇਸ ਪ੍ਰਕਾਰ ਭਗਤ ਕਬੀਰ ਸਾਹਿਬ ਜੀ ਬਖਸ਼ਿਸ਼ ਕਰਦੇ ਹਨ। ਕਬੀਰ ਕਾਮ ਪਰੇ ਹਰਿ ਸਿਮਰਿਐ, ਐਸਾ ਸਿਮਰੋ ਨਿਤ। ਭਗਤ ਕਬੀਰ ਸਾਹਿਬ ਜੀ ਬਖਸ਼ਿਸ਼ ਕਰਦਿਆਂ ਨਵਾਜਦੇ ਹਨ। ਕਾਮ ਪਰੇ, ਜਦੋਂ ਕੋਈ ਕੰਮ ਆਣ ਪਵੇ, ਜਦੋਂ ਕਿਸੇ ਕਾਰਜ ਦੀ ਵਿਆਪਤੀ ਸਾਡੇ ਬੁੱਧ ਉੱਪਰ, ਸਾਡੇ ਜੀਵਨ ਦੇ ਉੱਪਰ ਆ ਵਿਆਪਕ ਪ੍ਰਭਾਵ ਪਾਵੇ, ਭਗਤ ਕਬੀਰ ਸਾਹਿਬ ਜੀ ਕਹਿੰਦੇ ਉਦੋਂ ਮਨੁੱਖ ਦਾ ਆਮ ਸੁਭਾਵ ਹੈ ਹਰਿ ਸਿਮਰਿਐ। ਉਦੋਂ ਅਕਾਲ ਪੁਰਖ ਪ੍ਰਭੂ ਸਿਰਜਣਹਾਰ, ਜਿਹਨੂੰ ਉਹ ਜਰਰੇ ਜਰਰੇ ਵਿੱਚ ਮੰਨਦਾ ਹੈ, ਆਕਾਸ਼ ਦੇ ਵਿੱਚ ਵਿਆਪਤ ਮੰਨਦਾ ਹੈ, ਸਿਮਰਿਐ, ਫਿਰ ਹਿਰਦੇ ਅੰਦਰ ਉਹਦੀ ਯਾਦ ਵਸਾਉਂਦਾ ਹੈ। ਆਪਣੇ ਕਾਰਜ ਦੀ ਸਫਲਤਾ ਦੇ ਲਈ, ਸਿੱਧੀ ਦੇ ਲਈ, ਉਹਦੀ ਸਭ ਪ੍ਰਕਾਰ ਦੀ ਸੰਪੂਰਨਤਾ ਦੇ ਲਈ, ਨਿਰਵਿਘਨਤਾ ਦੇ ਲਈ ਪ੍ਰਭੂ ਨੂੰ ਯਾਦ ਕਰਦਾ ਹੈ। ਪਰ ਭਗਤ ਕਬੀਰ ਸਾਹਿਬ ਜੀ ਕਹਿੰਦੇ ਐਸਾ ਸਿਮਰੋ ਨਿਤ,
ਐਸੇ ਦਇਆਲ ਪ੍ਰਭੂ ਨੂੰ ਸਦੀਵ ਸਿਮਰਨਾ ਚਾਹੀਦਾ ਹੈ। ਅਮਰਾਪੁਰ ਬਾਸਾ ਕਰੋ ਹਰ ਗਿਆ ਬਹੋਰੈ ਬਿਤ, ਕਿ ਉਂਝ ਸਾਡੇ ਜੀਵਨ ਦੀਆਂ ਅਵਸਥਾ ਡੁਲਾਏਮਾਨ ਰਹਿੰਦੀਆਂ ਨੇ ਕਿਉਂਕਿ ਅਸੀਂ ਕਦੀ ਕਦਾਈ ਯਾਦ ਕਰਦੇ ਹਾਂ। ਪਰ ਭਗਤ ਕਬੀਰ ਸਾਹਿਬ ਜੀ ਕਹਿੰਦੇ ਜੇ ਸਦੀਵੀ ਅਕਾਲ ਪੁਰਖ ਪ੍ਰਭੂ ਦੀ ਸਿਮਨ ਰੂਪ ਭਗਤੀ ਰੂਪ ਯਾਦ ਨੂੰ ਹਿਰਦੇ ਅੰਦਰ ਵਸਾਇਆ ਜਾਵੇ ਤਾਂ ਸਾਡਾ ਜੀਵਨ ਅਮਰ, ਭਾਵ ਕਿ ਜਿਹੜੇ ਮਾਇਆ ਦੇ ਡੁਲਾਏਮਾਨ ਕਰਨ ਵਾਲੇ ਪ੍ਰਭਾਵ ਹਨ, ਜਿਵੇਂ ਮਾਇਆ ਦੇ ਡੁਲਾਏਮਾਨ ਕਰਨ ਵਾਲੇ ਪ੍ਰਭਾਵ ਹਨ, ਅੱਜ ਉਸਤਤ ਹੈ ਕੱਲ੍ਹ ਨਿੰਦ ਹੋਵੇਗੀ, ਅੱਜ ਸੁੱਖ ਦਾ ਆਲਮ ਹੈ ਕੱਲ੍ਹ ਦੁੱਖ ਪਸਰੇਗਾ, ਅੱਜ ਅਮੀਰੀ ਹੈ ਕੱਲ੍ਹ ਨਿਰਧਨਤਾ ਆ ਜਾਏਗੀ, ਅੱਜ ਮਨ ਦੇ ਵਿੱਚ ਬੜਾ ਸਕੂਨ ਹੈ ਕੱਲ੍ਹ ਨੂੰ ਵਿਕਾਰਾਂ ਕਰਕੇ ਮਲੀਨਤਾ ਛਾ ਸਕਦੀ ਹੈ। ਇਸ ਕਰਕੇ ਮਾਇਆ ਦੇ ਪ੍ਰਭਾਵ ਡੁਲਾਏਮਾਨ ਰਹਿਣਗੇ। ਪਰ ਪ੍ਰਭੂ ਦੇ ਸਿਮਰਨ ਅਭਿਆਸ ਦੇ ਨਾਲ ਮਨੁੱਖ ਸਦੀਵ ਥਿਰ ਹੋ ਜਾਂਦਾ ਹੈ। ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ ਹਰ ਗਿਆ ਬਹੋਰੈ ਬਿਤ। ਇਸ ਕਰਕੇ ਜਿਹੜਾ ਜੀਵਨ ਦਾ ਸਮਾਂ ਵੈਸੇ ਵੀ ਵਿਅਰਥ ਗਿਆ ਹੁੰਦਾ ਹੈ, ਪ੍ਰਭੂ ਦੀ ਯਾਦ ਵਿੱਚ ਜੁੜਨ ਦੇ ਨਾਲ ਉਹ ਮੁੜ ਸਫਲਾ ਹੋ ਜਾਂਦਾ। ਪ੍ਰਭੂ ਉਹਨੂੰ ਸਫਲ ਕਰਕੇ ਮੁੜ ਸਾਨੂੰ ਅਰਪ ਦਿੰਦੇ ਹਨ। ਇਸੇ ਪ੍ਰਕਾਰ ਭਗਤ ਕਬੀਰ ਸਾਹਿਬ ਜੀ ਬਖਸ਼ਿਸ਼ ਕਰਦੇ ਹਨ, ਕਬੀਰ ਕਾਮ ਪਰੇ ਹਰਿ ਸਿਮਰਿਐ। ਇਸ ਸ਼ਲੋਕ ਨੂੰ ਸ਼ਬਦ ਦੇ ਅਨੁਭਵ ਤੋਂ ਸਮਝਣ ਦਾ ਯਤਨ ਕਰੀਏ। ਭਗਤ ਕਬੀਰ ਸਾਹਿਬ ਜੀ ਨੇ ਜਦੋਂ 3 ਵਾਕ ਕਹੇ ਕਬੀਰ ਕਾਮ ਪਰੇ ਹਰਿ ਸਿਮਰਿਐ, ਤਾਂ ਇਹ ਠੀਕ ਸਾਡੀ ਹੀ ਗੱਲ ਹੈ, ਸਾਡੀ ਹੀ ਗੁਰੂ ਭਗਤ ਕਬੀਰ ਸਾਹਿਬ ਜੀ ਜ਼ਿਕਰ ਕਰ ਰਹੇ ਹਨ। ਕਿਉਂਕਿ ਅਸੀਂ ਅਕਾਲ ਪੁਰਖ ਸਿਰਜਣਹਾਰ, ਜਿਹੜਾ ਸਾਡੇ ਜੀਵਨ ਦਾ ਰਚਣਹਾਰ ਹੈ, ਪ੍ਰਤਪਾਲਕ ਹੈ, ਰੱਖਿਅਕ ਹੈ, ਅਤੇ ਜੀਵਨ ਦੀ ਸਾਰਾ ਖੇਲ ਉਹਦੇ ਹੁਕਮ ਦੇ ਅਧੀਨ ਹੈ। ਅਸੀਂ ਉਸ ਪ੍ਰਭੂ ਨੂੰ ਦੁਨਿਆਵੀ ਨੁਕਤੇ ਤੋਂ ਜਾਣਦੇ ਹਾਂ ਅਤੇ ਦੁਨਿਆਵੀ ਢੰਗ ਦੇ ਨਾਲ ਹੀ ਉਹਦੇ ਨਾਲ ਵਿਵਹਾਰ ਕਰਦੇ ਹਾਂ। ਜੀਵਨ ਦੇ ਵਿੱਚ ਆਰਾਮ ਹੈ, ਸੁੱਖ ਹੈ, ਆਨੰਦ ਹੈ, ਟਿਕਾ ਹੈ। ਉਸ ਸਮੇਂ ਦੇ ਵਿੱਚ ਸਾਨੂੰ ਦਾਤਾਰ ਯਾਦ ਨਹੀਂ ਰਹਿੰਦਾ। ਜਦ ਹੀ ਸਾਡੇ ਜੀਵਨ ਦੇ ਉਲਟ ਕੁਝ ਹਾਲਾਤ ਬਣਨ ਲੱਗਦੇ ਨੇ ਤਾਂ ਅਸੀਂ ਕੀ ਕਰਦੇ ਹਾਂ, ਜਦ ਦੇਖਦੇ ਹਾਂ ਕਿ ਜਿਤਨੇ ਦੁਨਿਆਵੀ ਵਸੀਲੇ ਤਾਣ ਨੇ ਇਹ ਸਾਰੇ ਹੌਲੀ ਹੌਲੀ ਜਵਾਬ ਦੇਈ ਜਾਂਦੇ ਨੇ, ਜਾਂ ਆਪਣਾ ਇਹਨਾਂ ਦਾ ਮੋਹ ਫਿੱਕਾ ਹੁੰਦਾ ਜਾ ਰਿਹਾ, ਜਾਂ ਇਹ ਖਹਿੜਾ ਛਡਾਉਂਦੇ ਜਾ ਰਹੇ ਹਨ, ਉਦੋਂ ਮਨੁੱਖ ਫਿਰ ਸਮਝਦਾ ਹੈ ਆਕਾਸ਼ ਵੱਲ ਮੂੰਹ ਕਰਕੇ ਕਿ ਜਿਹੜਾ ਆਕਾਸ਼ ਵਿੱਚ ਪ੍ਰਭੂ ਵਿਆਪਕ ਹੈ ਉਹ ਮੇਰੀ ਮਦਦ ਲਈ ਆਵੇ। ਅਤੇ ਆਮ ਸਾਡੀ ਫਿਤਰਤ ਇਸ ਕਰਕੇ ਭਗਤ ਕਬੀਰ ਸਾਹਿਬ ਨੇ ਕਾਮ ਪਰੇ ਹਰਿ ਸਿਮਰਿਐ। ਹੁਣ ਕਾਮ ਦੇ ਅਰਥ ਆਪਦੇ ਸਨਮੁਖ ਰੱਖਦਿਆਂ, ਕਾਮ ਦਾ ਭਾਵ ਹੁੰਦਾ ਕਾਮਨਾ। ਜਦੋਂ ਕੁਝ ਚਾਹਤ ਹੋਵੇ, ਜਦੋਂ ਆਪਣੇ ਯਤਨ ਦੇ ਨਾਲ ਮਿਲਦੀ ਜਾ ਰਹੀ ਹੈ ਕੋਈ ਵਸਤ, ਅਤੇ ਜੇ ਮਨ ਦੇ ਅੰਦਰ ਦਾਤਾਰ ਦੇ ਨਾਲ ਜੁੜੇ ਹੋਣ ਦੇ ਭਾਵ ਹੋਣ, ਅਤੇ ਹਰ ਕਾਮਯਾਬੀ ਦੇ ਵਿੱਚ, ਹਰ ਜਿਹੜੀ ਸੰਕਟ ਦੇ ਵਿੱਚ ਪ੍ਰਭੂ ਨਾਲ ਜੁੜਿਆ ਰਹੇ, ਕਿਉਂਕਿ ਉਹਦੇ ਅੰਦਰ ਭਰੋਸਾ ਹੋਏਗਾ ਕਿ ਜੇ ਉਹ ਮੇਰੀ ਰਚਨਾ ਕਰ ਸਕਦਾ ਹੈ ਤਾਂ ਮੇਰੇ ਸੰਕਟਾਂ ਨੂੰ ਵੀ ਹਰਨ ਵਾਲਾ ਉਹ ਪ੍ਰਭੂ ਆਪ ਹੈ। ਇਸ ਕਰਕੇ ਭਗਤ ਕਬੀਰ ਸਾਹਿਬ ਜੀ ਕਹਿੰਦੇ ਕਾਮ ਪਰੇ। ਜਦੋਂ ਮਨੁੱਖ ਦੇ ਅੰਦਰ ਕੁਝ ਪ੍ਰਾਪਤ ਕਰਨ ਦੀ ਖਾਹਿਸ਼ ਉਪਜਦੀ ਹੈ, ਕਾਮਨਾ ਉਪਜਦੀ ਹੈ, ਜਾਂ ਕਾਮ ਪਰੇ ਦਾ ਭਾਵ ਜਦ ਕਿਸੇ ਕਾਰਜ ਨੂੰ ਕਰਨ ਦਾ ਕੋਈ ਯਤਨ ਉਹਨੂੰ ਵਿਆਪਕ ਕਰਨਾ ਪੈਂਦਾ ਹੈ, ਉਸ ਸਮੇਂ ਮਨੁੱਖ ਹਰਿ ਸਿਮਰਿਐ ਉਹਦਾ ਥੋੜ੍ਹਾ ਜਿਹਾ ਚਿੰਤਨ ਕਰ ਲੈਂਦਾ ਹੈ ਅਰਦਾਸ ਰੂਪ ਦੇ ਵਿੱਚ ਕਿਸੇ ਨਾ ਕਿਸੇ ਢੰਗ ਨਾਲ। ਪਰ ਭਗਤ ਕਬੀਰ ਸਾਹਿਬ ਜੀ ਕਹਿੰਦੇ ਇਹਦੇ ਨਾਲ ਹੁੰਦਾ ਕੀ ਹੈ ਕਿ ਕਾਰਜ ਤਾਂ ਸਫਲ ਹੋ ਜਾਂਦਾ ਹੈ, ਪਰ ਮਨੁੱਖ ਫਿਰ ਆਪਣੀ ਜਿਹੜੀ ਫਿਤਰਤ ਹੈ ਕਿ ਜਿਤਨਾ ਸਮਾਂ ਕਾਰਜ ਰਿਹਾ ਉਤਨਾ ਸਮਾਂ ਸੰਬੰਧ ਰੱਖਿਆ, ਫਿਰ ਛੱਡ ਦਿੱਤਾ। ਇਹਨੂੰ ਸਭ ਤੋਂ ਨਿਮਨ ਢੰਗ ਦਾ ਸੰਬੰਧ ਕਹਿੰਦੇ ਨੇ। ਜਿਵੇਂ ਅੱਜ ਦੁਨੀਆ ਦਾ ਸੁਭਾਅ ਦੇਖਿਆ ਜਾਏ, ਬੜੀ ਨਿਰਾਸ਼ਾ ਹੁੰਦੀ ਹੈ। ਉਹ ਸੁਭਾਅ ਕੀ ਹੈ? ਆਪਣੇ ਲੋਭ ਕਉ ਕੀਨੋ ਮੀਤ। ਕੋਈ ਕਾਰਜ ਨਹੀਂ ਠੀਕ ਆ ਰਿਹਾ, ਕੋਈ ਗਰਜ ਪੂਰੀ ਕਰਨੀ ਹੈ, ਲੋਭ ਦੀ ਪ੍ਰਵਿਰਤੀ ਅੰਦਰ ਹੈ, ਅਤੇ ਜਿਹਦੇ ਤੋਂ ਪੂਰੀ ਹੋ ਸਕਦੀ ਉਹਦੇ ਨਾਲ ਸੰਬੰਧ ਬਣਾ ਲਏ ਜਾਣ, ਉਹਦੇ ਨਾਲ ਉੱਠਣ ਬੈਠਣ ਆਰੰਭ ਕਰ ਲਿਆ ਜਾਵੇ। ਅਤੇ ਮਨੁੱਖ ਇਕੱਲਾ ਦੁਨਿਆਵੀ ਤਲ 'ਤੇ ਨਹੀਂ, ਅਧਿਆਤਮਿਕ ਤਲ 'ਤੇ ਵੀ ਐਸਾ ਕਰਦਾ ਹੈ। ਕੋਈ ਮਨ 'ਚ ਕਾਮਨਾ ਹੈ, ਗੁਰੂਦੁਆਰ ਦਾ ਪੱਲਾ ਪਕੜ ਲਿਆ ਹੈ। ਕੁਝ ਦਿਨ ਦਾ ਕੁਝ ਐਸੇ ਆਪ ਜੀ ਨੇ ਵਾਚੇ ਹੋਣਗੇ, ਮਨੁੱਖ ਵਿਸ਼ੇਸ਼ ਕਾਰਜਾਂ ਨੂੰ ਸਿੱਧ ਕਰਨ ਦੇ ਲਈ ਕੁਝ ਦਿਨਾਂ ਦੇ ਉਹ ਨੇਮ ਜੇ ਵੀ ਬਣਾਏ, ਇਤਨੇ ਦਿਨ ਜਾਣਾ, ਇਤਨਾ ਸਮਾਂ ਜਾਣਾ। ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ ਕਾਮ ਪਰੇ। ਇਸ ਕਰਕੇ ਕਾਮ ਪਰੇ ਜਿਹੜੀ ਕਾਮਨਾ ਉਪਜੀ ਹੈ
ਉਹਦੀ ਪ੍ਰਾਪਤੀ ਦੇ ਲਈ ਹਰ ਸਿਮਰੀਏ ਦਾ ਯਤਨ ਕਰ ਰਿਹਾ ਹੈ। ਇਸ ਤਰ੍ਹਾਂ ਦਾ ਯਤਨ ਜਿਹੜਾ ਹੈ ਇਹ ਤੈਨੂੰ ਸਵਾਰਥੀ ਸਿੱਧ ਕਰੇਗਾ ਕਿ ਜਿਤਨਾ ਸਮਾਂ ਲੋੜ ਪਈ ਉਤਨਾ ਸਮਾਂ ਸੰਬੰਧ ਰੱਖ ਲਿਆ, ਬਾਅਦ ਦੇ ਵਿੱਚ ਤੋੜ ਲਿਆ। ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ ਇਹ ਤੇਰਾ ਅਵਗੁਣ ਹੈ ਕਿ ਜਿਤਨਾ ਸਮਾਂ ਤੈਨੂੰ ਲੋੜ ਹੈ ਉਤਨਾ ਸਮਾਂ ਗੁਰੂਦੁਆਰ ਜਾਏ, ਬਾਅਦ ਦੇ ਵਿੱਚ ਗਏ ਨਾ। ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ ਇਹ ਜੀਵਨ ਵਿਅਰਥ ਹੈ, ਇਸ ਦੇ ਵਿੱਚ ਸਵਾਰਥ ਦਾ ਅਵਗੁਣ ਹੈ। ਹੁਣ ਸਾਡਾ ਆਪਣਾ ਜੀਵਨ ਅਤੇ ਗੁਰਬਾਣੀ ਦੇ ਸਿਧਾਂਤ ਨੇ ਸਾਨੂੰ ਕੀ ਸਮਝਾਇਆ? ਕਬੀਰ ਕਾਮ ਪਰੇ, ਸਾਨੂੰ ਗੁਰੂ ਸਾਹਿਬ ਜੀ ਨੇ ਸਮਝਾਇਆ ਹੈ, ਜੇ ਸੁਖ ਦੇਹ ਤਾਂ ਤੁਝੇ ਅਰਾਧੀ, ਦੁੱਖ ਵੀ ਤੁਝੇ ਧਿਆਈ, ਜੇ ਭੁੱਖ ਦੇਹ ਤਾਂ ਇਤਹੀ ਰਾਜਾ, ਦੁੱਖ ਵਿੱਚ ਸੂਖ ਮਨਾਈ। ਭਾਵ ਕਿ ਜੀਵਨ ਦੀ ਕੋਈ ਵੀ ਹਾਲਤ ਸੁੱਖ ਭਰੀ ਹੈ ਤਾਂ ਸੁੱਖ ਦੇ ਵਿੱਚ ਸ਼ੁਕਰਾਨੇ ਦਾ ਆਲਮ ਮਨੁੱਖ ਦੇ ਹਿਰਦੇ ਅੰਦਰ ਪਸਰ ਜਾਵੇ। ਦੁੱਖ ਭਰੀ ਹੈ ਅਤੇ ਦੁੱਖ ਭਰੀ ਦੇ ਵਿੱਚ ਕੀ ਹੁੰਦਾ ਹੈ? ਜਿਤਨੇ ਵਸੀਲੇ ਨੇ ਤਾਣ ਨੇ ਜਵਾਬ ਦੇ ਜਾਂਦੇ ਨੇ। ਉਦੋਂ ਵੀ ਉਹਦੀ ਸਿਮਰਨ ਰੂਪ ਯਾਦ ਨੂੰ ਆਪਣਾ ਸਹਾਰਾ ਬਣਾ ਕੇ ਚੱਲਣ ਲੱਗ ਪਵੇ ਤਾਂ ਮਨੁੱਖ ਦਾ ਸਾਰਾ ਜੀਵਨ ਅਡੋਲ ਰਹਿੰਦਾ ਹੈ। ਇਸ ਕਰਕੇ ਭਗਤ ਕਬੀਰ ਸਾਹਿਬ ਜੀ ਕਹਿੰਦੇ ਕਾਮ ਪਰੇ, ਇਸ ਕਰਕੇ ਪ੍ਰਭੂ ਦੇ ਨਾਲ ਚੱਲਣਾ ਅਤੇ ਦੁਨਿਆਵੀ ਬਣ ਕੇ ਨਾ ਚੱਲੋ, ਉਹਦੇ ਅਨੁਸਾਰ ਚੱਲੋ। ਬਾਬਾ ਫਰੀਦ ਸਾਹਿਬ ਜੀ ਆਖਦੇ ਹਨ, ਜੇ ਤੂੰ ਮੇਰਾ ਹੋਏ ਰਹੇ, ਕਿ ਇਹ ਨਹੀਂ ਕਿ ਕੁਝ ਸਮਾਂ ਇਹ ਤਾਂ ਫਿਰ ਦੁਨਿਆਵੀ ਹੋ ਗਿਆ। ਅਤੇ ਅੱਜ ਜਿਤਨੀ ਧਰਮ ਮੰਦਰਾਂ ਦੇ ਵਿੱਚ ਧਰਮ ਅਸਥਾਨਾਂ 'ਤੇ ਭੀੜ ਹੈ ਉਹਦੇ ਵਿੱਚ ਬਹੁ ਗਿਣਤੀ ਐਸੀ ਹੈ, ਕੋਈ ਨਾ ਕੋਈ ਕਾਮਨਾ ਹੈ। ਜਿਵੇਂ ਬਾਜ਼ਾਰ ਦੇ ਵਿੱਚ ਬਹੁਤ ਭੀੜ ਹੁੰਦੀ ਹੈ, ਕਾਹਦੇ ਕਰਕੇ? ਉੱਥੇ ਬਹੁਤ ਦੁਕਾਨਾਂ ਨੇ, ਬੜੇ ਤਰ੍ਹਾਂ ਦੀਆਂ ਵਸਤਾਂ ਮਿਲ ਜਾਂਦੀਆਂ ਨੇ। ਇੰਝ ਹੀ ਜਦੋਂ ਮਨੁੱਖ ਕੀ ਹੁੰਦਾ ਹੈ, ਵਰਤਮਾਨ ਮਨੁੱਖ ਆਪਣੀਆਂ ਇੱਛਾਵਾਂ ਦਾ, ਆਪਣੀਆਂ ਖਾਹਿਸ਼ਾਂ ਦਾ, ਆਪਣੀਆਂ ਗਰਜਾਂ ਦਾ ਇੰਨਾ ਗੁਲਾਮ ਹੈ, ਉਹਦਾ ਬਾਹਰੀ ਯਤਨ ਬੜਾ ਕਰਦਾ ਹੈ, ਪਰ ਜਦ ਸਿਰੇ ਗੱਲ ਲੱਗਦੀ ਨਹੀਂ ਪ੍ਰਤੀਤ ਹੁੰਦੀ ਅਤੇ ਫਿਰ ਉਹ ਧਰਮ ਮੰਦਰ ਦੀ ਵੀ ਚੋਣ ਕਰ ਲੈਂਦਾ ਹੈ ਅਤੇ ਉੱਥੇ ਵੀ ਕਾਮਨਾ ਕਰਕੇ ਆਉਂਦਾ। ਥੋੜ੍ਹੀ ਜਿਹੀ ਭੇਟ ਰੱਖੀ, ਆਪਣੀ ਕਾਮਨਾ ਦਾ ਜ਼ਿਕਰ ਸਾਹਮਣੇ ਰੱਖਦਾ। ਇਸ ਕਰਕੇ ਕਾਮਨਾ ਕਰਕੇ, ਕਿਸੇ ਵੀ ਤਰ੍ਹਾਂ ਦੀ ਕਾਮਨਾ ਕਰਕੇ ਗੁਰੂਦੁਆਰ ਆਉਣ ਵਾਲਾ ਬੰਦਾ ਸੰਸਾਰੀ ਹੋ ਸਕਦਾ ਹੈ, ਗੁਰਮੁਖ ਜਾਂ ਸਤਸੰਗੀ ਨਹੀਂ। ਇਸ ਕਰਕੇ ਭਗਤ ਕਬੀਰ ਸਾਹਿਬ ਜੀ ਕਹਿੰਦੇ ਕਾਮ ਪਰੇ ਹਰ ਸਿਮਰੀਏ। ਸਾਡੇ ਦੀ ਕਾਮਨਾ, ਸੰਸਾਰੀ ਕਾਮਨਾ ਦਾ ਇੰਨਾ ਜ਼ਿਆਦਾ ਪ੍ਰਭਾਵ ਹੈ, ਅਸੀਂ ਨਿੱਤਾ ਪ੍ਰਤੀ ਜਿਹੜੀ ਅਰਦਾਸ ਕਰਦੇ ਕਈ ਵਾਰੀ ਉਹਦੀ ਸ਼ਬਦਾਵਲੀ ਦੇਖ ਕੇ ਹੈਰਾਨ ਹੋਈਦਾ ਹੈ ਕਿ ਜਿਹੜੀਆਂ ਉੱਤਮ ਦਾਤਾ ਸਤਿਗੁਰੂ ਨੇ ਸਾਨੂੰ ਮੰਗਣ ਦੇ ਲਈ ਕਿਹਾ ਹੈ ਉਹਦਾ ਸਾਡੀ ਅਰਦਾਸ 'ਚ ਜ਼ਿਕਰ ਹੀ ਨਹੀਂ ਹੈ, ਕੁਝ ਹੋਰ ਤਰ੍ਹਾਂ ਦੇ ਜ਼ਿਕਰ ਨੇ। ਇਸ ਕਰਕੇ ਭਗਤ ਕਬੀਰ ਸਾਹਿਬ ਜੀ ਕਹਿੰਦੇ ਕਾਮ ਪਰੇ ਹਰ ਸਿਮਰੀਏ, ਐਸਾ ਸਿਮਰੋ ਨਿਤ, ਜਿਹਨੂੰ ਕਿਸੇ ਸੰਕਟ ਵੇਲੇ ਆਰਾਧਦੇ ਹੋ, ਕਿਸੇ ਦੁੱਖ ਵੇਲੇ ਆਰਾਧਦੇ ਹੋ, ਉਸ ਨੂੰ ਸਦੀਵ ਆਪਣੇ ਹਿਰਦੇ ਅੰਦਰ ਵਸਾਓ। ਇਸ ਕਰਕੇ ਸਾਨੂੰ ਗੁਰੂ ਸਾਹਿਬਾਨ ਨੇ ਸਿਧਾਂਤ ਸਮਝਾਇਆ। ਹੁਣ ਕਾਮ ਪਰੇ ਦਾ ਵਿਸਥਾਰ ਆਪਦੇ ਸਨਮੁਖ ਥੋੜ੍ਹਾ ਹੋਰ ਰੱਖਦੇ ਹਾਂ। ਮਨੁੱਖ ਦਾ ਜਿਹੜਾ ਕਾਮ ਪਰੇ ਵੇਲੇ ਪ੍ਰਭੂ ਨੂੰ ਸਿਮਰਦਾ ਹੈ, ਉਹਦਾ ਇੱਕ ਲੱਛਣ ਹੈ ਕਿ ਉਹਨੇ ਪ੍ਰਭੂ ਨੂੰ ਦੂਰ ਜਾਤਾ ਹੈ, ਉਹਨੇ ਦੂਰ ਜਾਣਿਆ ਹੈ। ਅਤੇ ਜੇ ਉਹ ਭਰੋਸੇ ਦੀ ਗੱਲ ਕਰਦਾ ਤਾਂ ਉਹਦਾ ਭਰੋਸਾ ਜੁਗਨੂ ਵਰਗਾ ਹੈ। ਜਿਵੇਂ ਹਨੇਰੇ ਵਿੱਚ ਹੀ ਜਗਦਾ ਬੁਝਦਾ, ਉਤਨਾ ਕੁ ਸਮਾਂ ਉਹਦਾ ਭਰੋਸਾ ਜਗ ਪਿਆ, ਜਦ ਕਾਰਜ ਪੂਰਾ ਹੋ ਗਿਆ ਬੁਝ ਗਿਆ। ਇਸ ਕਰਕੇ ਇਹੋ ਜਿਹੇ ਬੰਦੇ ਪੂਰੇ ਭਗਤ ਨਹੀਂ ਹੁੰਦੇ, ਦੁਨਿਆਵੀ ਹੁੰਦੇ ਨੇ। ਅਤੇ ਜੇ ਪ੍ਰਭੂ ਦੀ ਕਿਰਪਾ ਲਈ ਪੂਰੇ ਪਾਤਰ ਬਣਨਾ ਅਤੇ ਭਗਤ ਸਰੂਪ ਬਣਨਾ ਪਏਗਾ, ਅਤੇ ਭਗਤ ਸਰੂਪ ਦੇ ਲਈ ਸਾਰਾ ਜੀਵਨ ਅਰਪਣ ਕਰਨਾ ਪੈਂਦਾ, ਕੋਈ ਖਾਸ ਦਿਨ ਜਾਂ ਕੋਈ ਖਾਸ ਸਮਾਂ ਨਹੀਂ। ਇਸ ਕਰਕੇ ਹੁਣ ਜਿਵੇਂ ਉਦਾਹਰਨ ਦੇ ਤੌਰ 'ਤੇ ਸਰੀਰ ਦੀਆਂ ਲੋੜਾਂ ਨੇ ਰੋਜ਼ ਹਰ 5-7 ਘੰਟੇ ਬਾਅਦ ਪੂਰੀਆਂ ਕਰਦੇ ਹਾਂ, ਤਾਂ ਕਰਕੇ ਜੀਵਨ ਚੱਲਦਾ ਰਹਿੰਦਾ। ਉਹ ਸਰੀਰ ਜੀਵਨ ਚੱਲਦਾ ਹੈ। ਜਿਹੜਾ ਸਾਡਾ ਜੀਵਨ ਪ੍ਰਭੂ ਨਾਲ ਜੁੜਿਆ ਹੋਇਆ ਹੈ, ਜੇ ਉਹਨੂੰ ਸਦੀਵ ਹਿਰਦੇ ਯਾਦ ਰੂਪ ਦੇ ਵਿੱਚ ਵਸਾਵਾਂਗੇ ਤਾਂ ਸਾਡਾ ਜੀਵਨ ਸਗਲ ਆਨੰਦਮਈ ਰਹੇਗਾ। ਇਸ ਕਰਕੇ ਭਗਤ ਕਬੀਰ ਸਾਹਿਬ ਜੀ ਕਹਿੰਦੇ ਕਾਮ ਪਰੇ। ਹੁਣ ਇਹਦਾ ਸਾਨੂੰ ਇੱਕ ਗਹਿਰਾ ਭਾਵ ਗੁਰਬਾਣੀ 'ਚ ਇਹ ਵੀ ਸਮਝ ਆਉਂਦਾ ਹੈ। ਅੱਜ ਜਿਹੜੇ ਸਾਡੀ ਮਦਦ ਕਰਦੇ ਨੇ, ਸਾਨੂੰ ਉਹਨਾਂ ਦਾ ਪਹਿਲਾਂ ਖਿਆਲ ਆਉਂਦਾ ਸੰਕਟ ਵੇਲੇ। ਜਿਹੜੇ ਸਾਡੇ ਨਿਕਟ ਰਹਿੰਦੇ ਨੇ ਉਹਨਾਂ ਦਾ ਖਿਆਲ ਪਹਿਲਾਂ ਆਉਂਦਾ ਹੈ। ਪਰ ਜੇ ਭਗਤ ਰੂਪ ਹੋ ਕੇ ਗੱਲ ਨੂੰ ਵਾਚੀਏ ਤਾਂ ਗੱਲ ਸਮਝ ਆਏਗੀ। ਮੁੱਖ ਤਲੈ ਪੈਰ ਉੱਪਰੈ ਵਸੰਦੋ ਕੋਹਥੜੈ ਥਾਏ, ਨਾਨਕ ਸੋ ਧਣੀ ਕਿਉਂ ਵਿਸਾਰਿਓ ਉਧਰੈ ਜਿਸਦੈ ਨਾਏ। ਭਾਵੇਂ ਮਾਤਾ ਨੇ ਤੇਰੇ ਜੀਵਨ ਦੀ ਆਰੰਭ ਦੇ ਕਰਮ ਨੂੰ ਪੂਰਾ ਕੀਤਾ ਆਪਣੀ ਯਤਨ ਦੇ ਨਾਲ, ਪਰ ਉਦੋਂ ਵੀ ਮਾਤਾ ਦਾ ਪੂਰਾ ਯਤਨ ਤੇਰੇ ਤੱਕ ਨਹੀਂ ਸੀ ਪਹੁੰਚਦਾ। ਤੇਰੀ ਕੀ ਹਾਲਤ ਸੀ ਇਹ ਖੁਦ ਸਿਰਜਣਹਾਰ ਜਾਣਦਾ ਸੀ। ਰੋਜ਼ਾਨਾ ਆਨੰਦ ਸਾਹਿਬ ਦੀ ਬਾਣੀ 'ਚ ਪੜ੍ਹਦੇ ਆ, ਮਾਤਾ ਕੇ ਉਦਰ ਮਹਿ ਪ੍ਰਤਪਾਲ ਕਰੇ, ਸੋ ਕਿਉ ਮਨਹੁ ਵਿਸਾਰੀਐ।
ਇੱਕ ਤਾਂ ਹੁੰਦਾ ਕਿ ਜਦੋਂ ਵੀ ਜਾਂ ਤਾਂ ਅਕਾਲ ਪੁਰਖ ਨਾਲ ਸੰਬੰਧ ਉਦੋਂ ਬਣਿਆ ਹੋਵੇ ਜਦੋਂ ਜਗਤ ਵਿੱਚ ਆਏ, ਸਾਡੀ ਰਚਨਾ ਹੀ ਉਹਦੇ ਹੁਕਮ ਅਧੀਨ ਸ਼ੁਰੂ ਹੋਈ। ਇਹਦਾ ਭਾਵ ਜਿਹੜਾ ਸਾਡਾ ਪਹਿਲਾ ਪ੍ਰਤਪਾਲਕ ਹੈ, ਸਾਡਾ ਸਿਰਜਣਹਾਰ ਹੈ, ਜਿਹੜਾ ਸਾਡਾ ਅਸਲ ਮਾਂ ਪਿਓ ਹੈ, ਜਿਹੜੀ ਸਾਡੀ ਰਚਨਾ ਕਰਨ ਵਾਲਾ ਹੈ, ਅਤੇ ਜਿਹੜੇ ਦੂਜੇ ਸੰਬੰਧਾਂ ਦੁਆਰਾ ਸਾਡਾ ਜੀਵਨ ਬਣਿਆ, ਉਹ ਵੀ ਸਮਰੱਥਾ ਤਾਂ ਪਾਉਣ ਵਾਲਾ ਅਕਾਲ ਪੁਰਖ ਹੈ। ਇਸ ਕਰਕੇ ਪਹਿਲੇ ਪ੍ਰਤਪਾਲਕ ਨੂੰ ਵਿਸਾਰ ਦਿੱਤਾ ਹੈ, ਅਤੇ ਜਿਹੜੇ ਸਰੀਰ ਦੀ ਪ੍ਰਤਪਾਲਣਾ ਨੂੰ ਪੂਰਾ ਕਰ ਰਹੇ ਨੇ ਅਤੇ ਉਹਨਾਂ ਨੂੰ ਸਿਰਮੌਰ ਮੰਨ ਲਿਆ ਹੈ। ਗੁਰਬਾਣੀ ਵਿੱਚ ਜਿਵੇਂ ਅਸੀਂ ਆ ਮਾਤਾ ਪਿਤਾ ਦੀ ਸੇਵਾ ਦੀ ਗੱਲ ਕਰਦੇ, ਇਹਦੇ ਇੱਕ ਦਿਨ ਮੈਂ ਵਾਚਿਆ ਗੁਰਬਾਣੀ ਦੇ ਵਿੱਚ ਕਿ ਇਹ ਸੱਭਿਅਤਾ ਦਾ ਮਾਪਦੰਡ ਹੈ, ਅਤੇ ਜੇ ਗੁਰਮੁਖ ਰੂਪ ਹੋ ਕੇ ਮਾਤਾ ਪਿਤਾ ਉਵੇਂ ਨਹੀਂ ਹਨ ਅਤੇ ਔਲਾਦ ਉਵੇਂ ਨਹੀਂ ਹੈ, ਤਾਂ ਉਹ ਜਿਹੜੀ ਸੱਭਿਅਤਾ ਉਹ ਵੀ ਪੂਰੀ ਨਹੀਂ ਪੈਂਦੀ। ਇਸ ਕਰਕੇ ਜਦੋਂ ਗੁਰਬਾਣੀ ਵਿੱਚ ਅਕਾਲ ਪੁਰਖ ਨੂੰ ਮਾਂ ਬਾਪ ਕਿਹਾ ਹੈ, ਅਤੇ ਉੱਥੇ ਮਾਂ ਬਾਪ ਦਾ ਭਾਵ ਉਹ ਜਿਵੇਂ ਸਾਡਾ ਨਹੀਂ, ਜਿਵੇਂ ਸਾਡੀ ਐਥਿਕਸ ਅੱਜ ਕੱਲ੍ਹ ਕਹਿੰਦੀ ਹੈ, ਜਿਵੇਂ ਅੱਜ ਬਹੁਤ ਚਰਚਾ ਚੱਲਦੀ ਹੈ ਜੀ, ਸਤਿਕਾਰ ਕਰੋ, ਉਹਨਾਂ ਦੀ ਪਾਲਣਾ ਪੋਸ਼ਣਾ ਕਰੋ, ਇਹ ਇੱਕ ਸੱਭਿਅਤਾ ਦਾ ਮਾਪਦੰਡ ਹੈ। ਪਰ ਜਿਹੜੀ ਗੁਰਮੁਖੀ ਸੱਭਿਅਤਾ ਉਹਦਾ ਮਾਪਦੰਡ ਕੁਝ ਹੋਰ ਹੈ। ਉਹਦਾ ਵਿੱਚ ਹੈ ਕਿ ਜਿਹੜੇ ਮਾਂ ਪਿਓ ਨੇ ਬੱਚੇ ਨੂੰ ਗਿਆਨਮਈ ਜੀਵਨ ਦਿੱਤਾ ਹੋਵੇ, ਜਿਹਦੇ ਵਿੱਚ ਉਹਨੇ ਬੱਚੇ ਦੇ ਜਿਹੜੇ ਮਨ ਦੇ, ਬੁੱਧੀ ਦੇ, ਚਿੱਤ ਦੇ ਸੰਸਕਾਰ ਨੇ, ਉਹਨਾਂ ਨੂੰ ਭਗਤੀ ਦੀ ਨਵਾਜ਼ਿਸ਼ ਦੇ ਵਿੱਚ ਲੈ ਕੇ ਗਿਆ ਹੋਵੇ ਮਾਤਾ ਪਿਤਾ, ਉਹਦੀ ਗੱਲ ਆਈ ਹੈ। ਕਿਉਂਕਿ ਹੁਣ ਨਿਰੰਕਾਰ ਦਾ ਦੇਖੋ, ਅਸੀਂ ਜੋ ਗੁਰਬਾਣੀ 'ਚ ਮਾਤਾ ਪਿਤਾ ਕਿਹਾ ਤਾਂ ਉਹਦਾ ਭਾਵ ਕੀ ਹੈ ਕਿ ਮਾਤ ਰੂਪ ਨਿਰਮਾਣ ਕਰ ਦਿੱਤਾ, ਪਿਤਾ ਰੂਪ ਪ੍ਰਤਪਾਲਣਾ ਕੀਤੀ ਗਿਆਨ ਦੇ ਨਾਲ। ਇਸ ਕਰਕੇ ਗੁਰਬਾਣੀ ਵਿੱਚ ਆਉਂਦਾ ਨਾ, ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ। ਉਹਦਾ ਭਾਵ ਕੀ ਹੈ ਕਿ ਮੇਰੀ ਰਚਨਾ ਕਰਨ ਵਾਲਾ ਮਾਲਕ ਤੂੰ ਹੈ, ਅਤੇ ਜਦੋਂ ਪ੍ਰਤਪਾਲਣਾ ਕਰਨੀ ਸੀ ਗਿਆਨ ਦੇ ਨਾਲ, ਉਦੋਂ ਤੂੰ ਪਿਤਾ ਰੂਪ ਹੋਇਆ। ਇਸ ਕਰਕੇ ਭਗਤ ਕਬੀਰ ਸਾਹਿਬ ਜੀ ਕਹਿੰਦੇ, ਕਾਮ ਪਰੇ। ਸਾਡੇ ਜੀਵਨ ਦਾ ਆਰੰਭ ਜਿਸ ਹਸਤੀ ਤੋਂ ਹੁੰਦਾ ਹੈ, ਉਹਦੀ ਸਦੀਵ ਯਾਦ, ਇਹਨੂੰ ਸਿਮਰਨ ਦੇ ਨੁਕਤੇ ਤੋਂ ਵੀ ਸਮਝਿਆ ਜਾ ਸਕਦਾ ਹੈ। ਦਰਅਸਲ ਗੱਲ ਕੀ ਹੁੰਦੀ ਹੈ ਕਿ ਜਦੋਂ ਮਨੁੱਖ ਪ੍ਰਭੂ ਦੀ ਯਾਦ ਨੂੰ ਵਿਸਾਰ ਦਿੰਦਾ ਹੈ, ਅਤੇ ਉਹ ਮਾਇਆ ਦੇ ਸ਼ੈੱਲ ਵਿੱਚ ਕੈਦ ਹੋ ਜਾਂਦਾ ਹੈ। ਉਸ ਸ਼ੈੱਲ ਦੇ ਵਿੱਚ ਪਹਿਲੀ ਗੱਲ ਤਾਂ ਉਹਨੂੰ ਵਕਾਰ ਚੰਬੜਦੇ ਨੇ, ਉਸ ਤੋਂ ਅੱਗੇ ਜਾ ਕੇ ਆਸਾ ਮਨਸ਼ਾ ਤ੍ਰਿਸ਼ਨਾ ਲੱਗਦੀ ਹੈ, ਫਿਰ ਅੱਗੇ ਜਾ ਕੇ ਦਵੈਤ, ਅੱਗੇ ਜਾ ਕੇ ਹੋਰ ਬੜਾ ਕੁਝ। ਤਾਂ ਹੁੰਦਾ ਕੀ ਹੈ, ਗੁਰਬਾਣੀ 'ਚ ਇੱਕ ਵਾਕ ਹੁੰਦਾ, ਪਰਮੇਸ਼ਰ ਤੇ ਭੁੱਲਿਆਂ ਵਿਆਪਨ ਸਭੇ ਰੋਗ। ਉਹਦਾ ਭਾਵ ਕੀ ਹੈ ਕਿ ਜਦੋਂ ਮਨੁੱਖ ਤੂੰ ਜਿਸ ਯਤਨ ਦੇ ਨਾਲ ਤੂੰ ਸਦਾ ਪ੍ਰਭੂ ਦੀ ਬਖਸ਼ਿਸ਼ ਦੇ ਹੇਠ ਰਹਿਣਾ ਸੀ, ਜਦੋਂ ਤੂੰ ਉਸ ਯਤਨ ਨੂੰ ਛੱਡ ਬੈਨਾ ਹੈ, ਜਿਹੜੀ ਮਿਹਰ ਨੂੰ ਪ੍ਰਾਪਤ ਕਰਨ ਲਈ ਤੈਨੂੰ ਇੱਕ ਕਰਮ, ਇੱਕ ਸਮਰੱਥਾ ਮਿਲੀ ਹੋਈ ਹੈ, ਜਦੋਂ ਤੂੰ ਉਹ ਸਮਰੱਥਾ ਹੀ ਛੱਡ ਦਿੰਦਾ ਹੈ ਅਤੇ ਪ੍ਰਭੂ ਦੀ ਮਿਹਰ ਤੋਂ ਵਾਂਝਾ ਹੋ ਜਾਂਦਾ, ਦੂਰ ਚਲਿਆ ਜਾਂਦਾ ਹੈ, ਤਾਂ ਉਦੋਂ ਫਿਰ ਤੇਰੇ ਜੀਵਨ 'ਚ ਸੰਕਟ ਆ ਵਿਆਪਦੇ ਹਨ। ਇਸ ਕਰਕੇ ਗੁਰਬਾਣੀ ਵਿੱਚ ਵਾਕ ਆਉਂਦਾ, ਤੂੰ ਵਿਸਰਹਿ ਤਾਂ ਸਭ ਕੋ ਲਾਗੂ। ਜਦ ਤੇਰੀ ਯਾਦ ਭਾਵ ਹਿਰਦੇ ਅੰਦਰ ਵਿਸਰ ਗਈ, ਫਿਰ ਦੁਨੀਆ ਦਾ ਹਰੇਕ, ਤਾਂ ਕਰਕੇ ਗੁਰਬਾਣੀ ਵਿੱਚ ਆਉਂਦਾ ਹੈ, ਜੈ ਤਨ ਬਾਣੀ ਵਿਸਰ ਜਾਏ, ਜੋ ਪੱਕਾ ਰੋਗੀ ਵਿਲ ਲਾਏ। ਬਾਣੀ ਦਾ ਭਾਵ ਕਿ ਹਿਰਦੇ ਅੰਦਰ ਪ੍ਰਭੂ ਦੀ ਜਿਹੜੀ ਯਾਦ ਰੂਪ ਬਣੀ ਸੀ, ਜਿਹੜੀ ਕੁਦਰਤੀ ਬਣੀ ਹੋਈ ਸੀ, ਉਹਦੇ ਨਾਲ ਜੀਵਨ ਨਿਰਮਲ ਸੀ। ਜਦੋਂ ਹੌਲੀ ਹੌਲੀ ਉਹਨੂੰ ਵਿਸਾਰਨਾ ਛੱਡ ਦਿੱਤਾ ਹੈ, ਅਤੇ ਅੰਦਰ ਮਾਇਆ ਦਾ ਦਖਲ ਵੱਧ ਗਿਆ, ਅਤੇ ਹੁਣ ਮਾਇਆ ਦਾ ਪੁਤਲਾ ਬਣ ਗਿਆ ਹੈ। ਪਹਿਲਾਂ ਪ੍ਰਭੂ ਦੀ ਯਾਦ ਰੂਪ, ਉਹਦੇ ਨੂਰ ਰੂਪ ਦਾ ਪੁਤਲਾ ਸੀ। ਜਿਵੇਂ ਉਦਾਹਰਨ ਦੇ ਤੌਰ 'ਤੇ 10-12 ਸਾਲ ਦੇ ਬੱਚੇ ਨੂੰ ਕੋਈ ਰੱਬ ਦਾ ਰੂਪ ਨਹੀਂ ਕਹਿੰਦਾ, ਉਹ 3-4 ਸਾਲ ਦੇ ਨੂੰ ਕਹਿੰਦੇ ਨੇ। ਮਤਲਬ ਕੀ ਹੈ ਕਿ ਉਹ ਜਿਹੜੀ ਸਿਮਰਨ ਦੀ ਕਮਾਈ ਗਰਭ ਕਾਲ ਵਿੱਚ ਕਰਕੇ ਆਇਆ ਹੈ, ਉਹਨੇ ਉਹਦੇ ਜੀਵਨ ਦੀ, ਉਹਦੀ ਨੈਣ ਨਕਸ਼ 'ਤੇ ਇੱਕ ਪਵਿੱਤਰਤਾ ਦਾ ਅਕਸ ਪਾਇਆ ਹੋਇਆ ਹੈ, ਅਤੇ ਅਸੀਂ ਉਹਦੇ ਵਿੱਚੋਂ ਹੀ ਦੇਖਦੇ ਹਾਂ ਉਹਨੂੰ। ਪਰ ਉਹ ਹੌਲੀ ਹੌਲੀ ਮਨੁੱਖ ਮਾਇਆ ਦੇ ਛੱਲ ਦਾ ਗੁਲਾਮ ਹੋ ਕੇ, ਉਹ ਜਿਹੜੀ ਪਵਿੱਤਰਤਾ ਕੁਦਰਤੀ ਮਿਲੀ ਹੁੰਦੀ ਹੈ, ਅਤੇ ਉਸ ਪਵਿੱਤਰਤਾ ਨੂੰ ਮਨੁੱਖ ਹੌਲੀ ਹੌਲੀ ਗਵਾ ਲੈਂਦਾ ਹੈ। ਫਿਰ ਵਿਕਾਰਾਂ ਦਾ ਗੁਲਾਮ, ਹੋਰ ਕਈ ਗੱਲਾਂ ਦਾ ਗੁਲਾਮ। ਅਤੇ ਫਿਰ ਭਗਤ ਕਬੀਰ ਸਾਹਿਬ ਜੀ ਕਹਿੰਦੇ, ਹਰ ਸਿਮਰਿਐ। ਇਸ ਕਰਕੇ ਕਾਮ ਪਰੇ ਹਰ ਸਿਮਰਿਐ, ਜਿਹੜੇ ਕੇਵਲ ਕਿਸੇ ਕਾਰਜ ਵਿਆਪਤੀ ਵੇਲੇ ਪ੍ਰਭੂ ਨੂੰ ਯਾਦ ਕਰਦੇ ਹਨ, ਭਗਤ ਕਬੀਰ ਸਾਹਿਬ ਜੀ ਕਹਿੰਦੇ ਨਿਮਨ ਤਰ੍ਹਾਂ ਦੇ ਭਗਤ ਹਨ। ਅਤੇ ਅੱਜ ਇਹੀ ਭਗਤੀ ਜ਼ਿਆਦਾ ਹੈ। ਕਿਤੇ ਦੇਖੋ, ਕਿਸੇ ਦਫਾ ਮੈਂ ਕਿਸੇ ਗੁਰਧਾਮ ਦੇ ਵਿੱਚ ਗਿਆ, ਅਚਾਨਕ ਮੈਨੂੰ ਅਰਦਾਸ ਕਰਨੀ ਪੈ ਗਈ ਉੱਥੇ ਕਿਸੇ ਐਮਰਜੈਂਸੀ ਦੇ ਵਿੱਚ। ਹੈਰਾਨ ਹੋਇਆ, ਉਹਦੇ ਵਿੱਚ 3 ਤੋਂ 4 ਪੇਜ ਸਨ ਅਰਦਾਸਾਂ ਵਾਲਿਆਂ ਦੇ, ਔਰ ਹਰੇਕ ਦੀ ਵੱਖੋ ਵੱਖ ਤਰ੍ਹਾਂ ਦੀ ਅਰਦਾਸ। ਇਹਦਾ ਭਾਵ ਕੀ ਹੈ, ਉਹ ਕੋਈ ਅਰਦਾਸ ਗਲਤ ਨਹੀਂ ਹੈ ਜਾਂ ਕੋਈ ਹੋਰ ਤਰ੍ਹਾਂ ਦਾ ਕਰਮ ਨਹੀਂ ਹੈ। ਮਸਲਾ ਵੀ ਕਿ ਜਿਹੜੀ ਅਰਦਾਸ ਨੇ ਸਾਨੂੰ ਗੁਰਮੁਖ ਬਣਾਉਣਾ ਹੈ, ਅਸੀਂ ਉਸੇ ਅਰਦਾਸ ਦੇ ਵਿੱਚ ਹੀ ਆਪਣੀ ਸੰਸਾਰ ਦਾ ਦਖਲ ਦਿਵਾ ਲਿਆ। ਇਸ ਕਰਕੇ ਫਿਰ ਅਸੀਂ ਉਹ ਕਰਮ ਉੱਚਾ ਹੀ, ਅਰਦਾਸ ਦਾ ਕਰਮ ਮਹਾਂ ਉੱਚਾ ਰਹੇਗਾ, ਪਰ ਅਸੀਂ ਉਹਨੂੰ ਆਪਣੀ ਨਿਵਾਣ 'ਤੇ ਲਿਆ ਰਹੇ ਹਾਂ। ਇਸ ਕਰਕੇ ਗੁਰਬਾਣੀ ਵਿੱਚ ਵਾਕ ਆਉਂਦਾ, ਹਮ ਭੀਖ ਭੇਤ ਖਾਰੀ ਤੇਰੇ, ਤੂੰ ਨਿਜ ਪਤ ਹੈ ਦਾਤਾ,
ਹੋਹੋ ਦਇਆਲ ਨਾਮ ਦੇਹੋ ਮੰਗਤ ਜਨ ਕਉ। ਗੁਰੂ ਸਾਹਿਬ ਨੇ ਤਾਂ ਸਾਨੂੰ ਸਭ ਕੁਝ ਸਿਖਾਇਆ ਹੋਇਆ, ਫਿਰ ਸਾਡੀ ਮੰਗ ਕੀ ਹੈ? ਫਿਰ ਜਦੋਂ ਅਸੀਂ ਮੰਗ ਲੈ ਕੇ ਅਰਦਾਸ ਦਾ ਸਨਮੁਖ ਰੂਪ ਰੱਖਦੇ ਹਾਂ ਤਾਂ ਉਦੋਂ ਭਾਵ ਹੈ ਕਿ ਅਸੀਂ ਆਪਣੀ ਨਿਮਨ ਤਰ੍ਹਾਂ ਦੀ ਭਗਤੀ ਦਾ ਪ੍ਰਗਟਾਵਾ ਕਰ ਰਹੇ ਹਾਂ। ਅਤੇ ਜਿਸ ਸਾਡੀ ਭਗਤੀ ਦੀ ਉੱਚ ਅਵਸਥਾ ਹੋਵੇ, ਸਾਡੇ ਭਰੋਸੇ ਦਾ ਆਲਮ ਵਧਿਆ ਹੋਵੇ, ਸਾਡੇ ਵਿਸ਼ਵਾਸ ਦਾ ਜਿਹੜਾ ਅਭਿਆਸ ਵੱਡਾ ਹੋਇਆ ਹੋਵੇ, ਅਤੇ ਅਸੀਂ ਫਿਰ ਇਸ ਭਾਵ ਵਿੱਚ ਰਹਿੰਦੇ ਹਾਂ ਕਿ ਬਿਨ ਬੋਲਿਆ ਸਭ ਕੁਛ ਜਾਣਦਾ, ਕਿਸ ਆਗਿਆ ਕੀਚੈ ਅਰਦਾਸ। ਜਿਵੇਂ ਉਦਾਹਰਨ ਦੇ ਤੌਰ 'ਤੇ ਹੁਣ ਬੱਚਾ ਛੋਟਾ ਹੁੰਦਾ, ਅਲਗਜਾਲੀ ਸਾਹਿਬ ਕਹਿੰਦੇ ਵੀ ਉਸ ਤਰ੍ਹਾਂ ਦੇ ਬਣੋ ਜਿਵੇਂ ਬੱਚੇ ਕੋਲ ਕੋਈ ਸਮਰੱਥਾ ਨਹੀਂ ਹੁੰਦੀ ਆਪਣੀ ਸਰੀਰਕ ਕਿਰਿਆ ਨੂੰ ਕਰਨ ਦੀ, ਪਰ ਉਹਨੂੰ ਪਤਾ ਹੈ, ਕਹਿੰਦੇ ਉਹ ਸਿਰਫ ਕਿੰਨਾ ਕਰਦਾ ਜਦੋਂ ਉਹਨੂੰ ਮਾਂ ਦਾ ਅਕਸ ਦਿਖਦਾ ਹੈ, ਉਹ ਮਾੜੀਆਂ ਜਿਹੀ ਬਾਹਾਂ ਹਿਲਾ ਦਿੰਦਾ, ਉਹਨੂੰ ਪਤਾ ਮੇਰੀਆਂ ਬਾਹਾਂ ਹਿਲਾਉਣ ਦੇ ਨਾਲ ਹੀ ਇਹਨੇ ਮੈਨੂੰ ਚੁੱਕ ਲੈਣਾ। ਤਾਂ ਇਸੇ ਤਰ੍ਹਾਂ ਕਹਿੰਦੇ ਤੁਹਾਡੇ ਅੰਦਰ ਉਹਦੀ ਸਿਮਰਨ ਰੂਪ ਯਾਦ ਇਵੇਂ ਹੋਵੇ, ਔਰ ਸਦੀਵੀ ਕਿਰਪਾ। ਹੁਣ ਇੱਕ ਦਿਨ ਹੁਣ ਦੁੱਖ ਤਾਂ ਲਗਾਤਾਰ ਚੱਲਣਗੇ, ਜੀਵਨ ਦੇ ਸੰਕਟ ਵੀ ਲਗਾਤਾਰ ਚੱਲਣਗੇ, ਅਤੇ ਜਦੋਂ ਸਾਰਾ ਕੁਝ ਲਗਾਤਾਰ ਚੱਲਣਾ ਹੈ ਤਾਂ ਫਿਰ ਜਿੰਨੇ ਸਾਨੂੰ ਉਸ ਸਾਰੇ ਤੋਂ ਸਮਰੱਥ ਰੱਖਿਅਕ ਕਰਨੀ ਹੈ, ਉਹਨੂੰ ਇੱਕ ਦਿਨ ਦੇ ਕਿਉਂ ਲਈ, ਉਹਦੇ ਲਈ ਕਿਉਂ ਕੀ। ਇਸ ਕਰਕੇ ਜਦ ਨਾ ਗੁਰੂ ਅਰਜਨ ਸਾਹਿਬ ਤਤੀ ਤਵੀ 'ਤੇ ਬੈਠੇ ਸਨ ਤਾਂ ਸਾਈਂ ਮੀਆਂ ਮੀਰ ਗੁਰੂ ਅਰਜਨ ਦੇਵ ਸਾਹਿਬ ਜੀ ਕੋਲ ਆਏ, ਆ ਕੇ ਕਹਿਣ ਲੱਗੇ, ਸਤਿਗੁਰੂ ਸਾਹਿਬ ਜੀ, ਮੈਂ ਇੱਕ ਰਮਜ਼ ਜਿਹੜੀ ਤੁਸੀਂ ਆਪਣੀ ਸ਼ਹਾਦਤ ਦੁਆਰਾ ਪ੍ਰਗਟ ਕਰ ਰਹੇ, ਉਹਦਾ ਭੇਦ ਬੁੱਝਣਾ ਚਾਹੁੰਦਾ, ਕਿਰਪਾ ਕਰੋ। ਗੁਰੂ ਸਾਹਿਬ ਜੀ ਕਹਿਣ ਲੱਗੇ, ਫਰਮਾਓ। ਕਹਿਣ ਲੱਗੇ, ਇਹ ਕਿਵੇਂ ਹੋ ਸਕਦਾ ਹੈ ਕਿ ਕਿਸੇ ਮਹਾਂਪੁਰਖ ਦਾ ਸਰੀਰ ਜਲਾਇਆ ਜਾ ਰਿਹਾ ਹੋਵੇ ਸਭ ਤਰੀਕਿਆਂ ਨਾਲ, ਹੇਠਾਂ ਤੋਂ ਅਗਨ, ਉੱਪਰ ਤੋਂ ਅਗਨ, ਸਭ ਤਰੀਕਿਆਂ ਦੇ ਨਾਲ, ਪਰ ਜਿਹੜਾ ਤੁਹਾਡੇ ਚਿਹਰੇ ਦੀ ਆਭਾ ਮੰਡਲ ਹੈ, ਜਿਹੜਾ ਤੁਹਾਡੇ ਚਿਹਰੇ ਦਾ ਪ੍ਰਕਾਸ਼ ਹੈ, ਇਹ ਇੱਕ ਸਾਖੀ ਦੇ ਰਿਹਾ, ਇੱਕ ਪ੍ਰਮਾਣ ਦੇ ਰਿਹਾ, ਗਵਾਹੀ ਦੇ ਰਿਹਾ ਹੈ ਕਿ ਤੁਸੀਂ ਬੜੇ ਆਨੰਦ ਵਿੱਚ ਹੋ, ਬੜੇ ਹੀ ਆਨੰਦ ਵਿੱਚੋਂ। ਤੁਹਾਨੂੰ ਐਂ ਲੱਗਦਾ ਜਿਵੇਂ ਤੁਹਾਡੇ ਚਿਹਰੇ ਤੋਂ ਪ੍ਰਤੀਤ ਹੋ ਰਿਹਾ ਕਿ ਤੁਹਾਨੂੰ ਅੰਸ਼ ਮਾਤਰ ਵੀ ਇਹ ਸੇਕ ਨਹੀਂ ਪੋ ਰਿਹਾ। ਇਹਦਾ ਉੱਤਰ ਦਿਓ, ਮੈਨੂੰ ਇਹ ਦੱਸੋ, ਇਹ ਕੀ ਰਮਜ਼ ਹੈ ਜਿਹੜੀ ਅੰਦਰ ਦੀ, ਜਿਹਦੇ ਕਰਕੇ ਕਿ ਅੱਗ ਦੇ ਵਿੱਚ ਵੀ ਬੰਦਾ ਖੜਿਆ ਰਹੇ, ਜਦੋਂ ਪੂਰਾ ਤਪਸ਼ ਦੇ ਵਿੱਚ ਵੀ ਮਨੁੱਖ ਜਿਹੜਾ ਹੈ ਸੀਤਲ ਰਹੇ, ਇਹਦੀ ਕੀ ਰਮਜ਼ ਹੈ? ਗੁਰੂ ਸਾਹਿਬ ਜੀ ਨੇ ਸਾਈਂ ਮੀਆਂ ਮੀਰ ਨੂੰ ਜਵਾਬ ਦਿੱਤਾ, ਜਿੰਨੀ ਰਾਵਿਆ ਪ੍ਰਭ ਆਪਣਾ ਸੇ ਦਿਸਨ ਨਿਤ ਖੜੀਆਂ। ਭਾਵ ਕਿ ਉਹ ਖਿੜੇ ਰਹਿੰਦੇ ਨੇ ਜਿਨ੍ਹਾਂ ਦੇ ਹਿਰਦੇ ਅੰਦਰ ਉਸ ਪ੍ਰਭੂ ਦੀ ਯਾਦ ਆਉਂਦੀ। ਇਸ ਕਰਕੇ ਜਿਹੜੇ ਦੁਨਿਆਵੀ ਕਿਸਮ ਦੇ ਜਬਰ ਜ਼ੁਲਮ ਨੇ ਜਾਂ ਦੁਨਿਆਵੀ ਕਿਸਮ ਦੇ ਸਰੀਰਕ ਮਾਨਸਿਕ ਦੁੱਖ ਨੇ, ਜਦੋਂ ਪ੍ਰਭੂ ਦੀ ਯਾਦ ਨਾਲ ਆਤਮਿਕ ਜੀਵਨ ਉੱਚਾ ਹੋ ਜਾਂਦਾ, ਇਹ ਸਾਰੇ ਛੋਟੇ ਪੈ ਜਾਂਦੇ ਨੇ। ਜਦੋਂ ਗੁਰੂ ਤੇਗ ਬਹਾਦਰ ਸਾਹਿਬ ਆਖਦੇ ਨੇ, ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੈ, ਸੁਖ ਸਨੇਹੋ ਅਰ ਭੈ ਨਹੀਂ ਜਾਕੈ, ਕੰਚਨ ਮਾਟੀ ਮਾਨੈ, ਉਦੋਂ ਇੱਕ ਅਵਸਥਾ ਦੱਸ ਰਹੇ ਨੇ ਕਿ ਭਗਤੀ ਦਾ ਅਭਿਆਸ ਕਰ ਕਰਕੇ ਆਪਣੀ ਚੇਤਨਾ ਨੂੰ ਆਤਮਾ ਦੇ ਵਿੱਚ ਇੰਨਾ ਸੰਗ੍ਰਹਿਤ ਕਰ ਲਿਆ, ਇੰਨਾ ਪ੍ਰਪੱਕ ਕਰ ਲਿਆ ਹੈ ਕਿ ਹੁਣ ਸਰੀਰ ਦਾ ਜੀਵਨ ਜਿਹੜਾ ਹੈ ਉਹ ਛੋਟਾ ਪੈ ਜਾਂਦਾ। ਇਸ ਕਰਕੇ ਕਾਮ ਪਰੇ ਹਰ ਸਿਮਰੀਐ, ਇਹਦਾ ਭਾਵ ਹੈ ਜਦੋਂ ਅਸੀਂ ਕਾਮ ਪਰੇ ਕਰਕੇ ਕੋਈ ਆਰਾਧਨਾ ਕਰਦੇ ਹਾਂ ਤਾਂ ਇਹਦਾ ਇੱਕ ਹੋਰ ਵੀ ਭਾਵ ਹੈ ਕਿ ਅਸੀਂ ਪਰਮੇਸ਼ਰ 'ਤੇ ਭਰੋਸਾ ਕਰਕੇ ਨਹੀਂ ਉਹਨੂੰ ਸਿਮਰ ਕਰ ਰਹੇ, ਅਸੀਂ ਆਪਣੀ ਖਾਹਿਸ਼ ਦੇ ਗੁਲਾਮ ਹੋ ਕੇ ਉਹਨੂੰ ਆਰਾਧ ਰਹੇ ਹਾਂ। ਜੇ ਭਰੋਸੇ ਕਰਕੇ ਹੋਈਏ ਤਾਂ ਫਿਰ ਅਸੀਂ ਖਾਹਿਸ਼ ਦਾ ਜ਼ਿਕਰ ਕਰੀਏ ਹੀ ਨਾ। ਇਸ ਕਰਕੇ ਭਗਤ ਕਬੀਰ ਸਾਹਿਬ ਜੀ ਕਹਿੰਦੇ, ਕਬੀਰ ਕਾਮ ਪਰੇ। ਇਸ ਕਰਕੇ ਜਦ ਵੀ ਆਪਣੀ ਅਰਦਾਸ ਕਰਨੀ, ਉਦੋਂ ਇਸ ਗੱਲ ਨੂੰ ਵਾਚ ਲੈਣਾ ਕਿ ਮੇਰੀ ਜਿਹੜੀ ਅਰਦਾਸ ਦੀ ਭਾਵਨਾ ਹੈ ਉਹਨੂੰ ਖਾਹਿਸ਼ ਪ੍ਰਭਾਵਿਤ ਕਰ ਰਹੀ ਹੈ ਕਿ ਨਹੀਂ ਕਰ ਰਹੀ। ਤਾਂ ਇਸ ਤਰ੍ਹਾਂ ਦੀ, ਇਸ ਕਰਕੇ ਠੀਕ ਅਰਦਾਸ ਵੀ ਸਾਡੇ ਕੋਲ ਹੋਣੀ ਚਾਹੀਦੀ। ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ, ਹਰ ਸਿਮਰੀ ਹੈ, ਜਿਹੜੇ ਕਿਸੇ ਸੰਕਟ ਕਾਲ ਵੇਲੇ ਆਰਾਧਦੇ ਹਨ ਉਹਦੇ ਨਾਲੋਂ ਚੰਗਾ ਹੈ ਐਸਾ ਸਿਮਰੋ ਨਿੱਤ ਨੂੰ, ਸਦੀਵ ਉਹਦੀ ਸਿਮਰਨ ਅਭਿਆਸ ਆਪਣੇ ਹਿਰਦੇ ਅੰਦਰ ਕਰੋ। ਗੁਰੂ ਜਦ ਅਸੀਂ ਗੁਰਬਾਣੀ 'ਚ ਨਾ ਵਾਕ ਪੜ੍ਹਦੇ, ਹਰ ਕੋ ਨਾਮ ਸਦਾ ਸੁਖਦਾਈ, ਜਾ ਕੋ ਸਿਮਰ ਅਜਾਬ ਮਲ ਉਦਰਿਓ, ਗਨਿਕਾ ਹੂੰ ਗਤ ਪਾਈ। ਤਾਂ ਉਹਦੇ ਵਿੱਚ ਭਾਵ ਇਹ ਹੈ ਕਿ ਜਿਸ ਦਿਨ ਤੋਂ ਜਦ ਅਜਾਮਲ ਸੀ ਤਾਂ ਆਪਣੇ ਪੁੱਤਰ ਨੂੰ ਨਾਰਾਇਣ ਨਾਰਾਇਣ ਕਹਿ ਕੇ ਬੁਲਾਉਂਦਾ ਸੀ, ਤਾਂ ਹੁਣ ਰੋਜ਼-ਰੋਜ਼ ਆਵਾਜ਼ ਮਾਰਦਾ ਸੀ ਨਾਰਾਇਣ ਕਰਕੇ। ਯਾਦ ਦੇ ਨਾਲ ਹਿਰਦਾ ਬਿਲਕੁਲ ਸ਼ੁੱਧ ਹੋ ਗਿਆ, ਪੂਰਬਲੇ ਜਨਮਾਂ ਦੀ ਸਾਰੀ ਮੈਲ ਮਿਟ ਗਈ ਅਤੇ ਅੰਤਮ ਸਮੇਂ ਕਲਿਆਣ ਸਰੂਪ ਨੂੰ ਪ੍ਰਾਪਤ ਹੋਇਆ। ਅਤੇ ਵਾਕ ਆਉਂਦਾ, ਪੰਚਾਲੀ ਕਉ ਰਾਜ ਸਭਾ ਮੈਂ ਰਾਮ ਨਾਮ ਸੁਧ ਆਈ। ਕਹਿੰਦੇ ਇਸ ਤਰ੍ਹਾਂ ਜਦ ਪੰਚਾਲੀ ਭਾਵ ਕੇ ਦ੍ਰੋਪਦੀ ਨੂੰ ਰਾਜ ਸਭਾ ਦੇ ਵਿੱਚ ਉਹਨਾਂ ਨੇ ਆਪਣੀ ਮੰਦ ਭਾਵਨਾ ਕਰਕੇ, ਅਧਰਮੀ ਨੀਅਤ ਕਰਕੇ ਚੀਰ ਹਰਨ ਦਾ ਯਤਨ ਕੀਤਾ, ਤਾਂ ਸੰਦੇ ਸ਼੍ਰੀ ਕ੍ਰਿਸ਼ਨ ਨੂੰ ਉਹਨੇ ਥਾਵਾਂ ਦੇ ਨਾਲ ਪੁਕਾਰਿਆ, ਬਿੰਦਰਾਬਨ ਵਾਸੀ ਆਓ, ਮਥੁਰਾ ਵਾਸੀ ਆਓ, ਦੁਆਰਕਾ ਵਾਸੀ ਆਓ, ਬੜੇ ਨਾਵਾਂ ਨਾਲ ਪੁਕਾਰੇ, ਕਿਸੇ ਤਰ੍ਹਾਂ ਮਦਦ ਨਾ ਹੋਈ।
ਤਾਂ ਫਿਰ ਕੀ ਹੋਇਆ, ਫਿਰ ਕਿਹਾ ਸਰਵ ਵਿਆਪੀ ਆਓ। ਤਾਂ ਉਸ ਵਕਤ ਉਹਦੀ ਮਦਦ ਹੋਈ। ਗੁਰਬਾਣੀ ਵਿੱਚ ਵਾਕ ਆਉਂਦਾ, ਗੁਰੂ ਸਾਹਿਬ ਜੀ ਕਹਿੰਦੇ ਤਾਂ ਕੋ ਦੁਖ ਹਰਿਓ ਕਰਨਾ ਮੈਂ, ਪਰ ਅਕਾਲ ਪੁਰਖ ਨੇ ਕ੍ਰਿਸ਼ਨ ਸਰੂਪ ਹੋ ਕੇ ਉਹਦੀ ਇੱਜ਼ਤ ਪਾਦੀ ਰਾਖੀ ਕੀਤੀ। ਅਸੀਂ ਵੀ ਇਵੇਂ ਕਰਦੇ ਹਾਂ। ਜਿਵੇਂ ਉਹਨੇ ਆਰੰਭ ਦੇ ਵਿੱਚ ਪ੍ਰਭੂ ਨੂੰ ਜਾਣਿਆ ਕਿ ਉਹ ਦੁਆਰਕਾ 'ਚ ਰਹਿੰਦੇ, ਇਸ ਕਰਕੇ ਦੁਆਰਕਾ ਦੇ ਨਾਂ 'ਤੇ ਆਵਾਜ਼ ਮਾਰਾਂ, ਮਥੁਰਾ ਦੇ ਨਾਂ 'ਤੇ ਆਵਾਜ਼ ਮਾਰਾਂ, ਬਿੰਦਰਾਬਨ ਦੇ ਨਾਂ 'ਤੇ ਆਵਾਜ਼ ਮਾਰਾਂ, ਇਸ ਤਰ੍ਹਾਂ ਕਰਕੇ ਆਵਾਜ਼ਾਂ ਮਾਰੀਆਂ। ਅਤੇ ਇੰਝ ਹੀ ਅਸੀਂ ਕਰਦੇ, ਸਾਨੂੰ ਲੱਗਦਾ ਕਿ ਆਹ ਦੁੱਖ ਹੈ ਅਤੇ ਇਹ ਦੁੱਖ ਹੀ ਰੱਬ ਹੱਲ ਕਰ ਸਕਦਾ ਹੈ, ਬਾਕੀ ਨਹੀਂ ਕਰ ਸਕਦਾ। ਬਾਕੀ ਜਿਹੜੇ ਕੰਮ ਹੈ ਅਸੀਂ ਉਹ ਦੁਨੀਆ ਦੇ ਮਸਲੇ 'ਤੇ ਨਿਪਟਾ ਲਾਂਗੇ। ਅਤੇ ਸਾਡੀ ਨਿਮਨ ਅਵਸਥਾ ਕੀ ਹੈ, ਮਾਨੁਖ ਕੀ ਟੇਕ ਬ੍ਰਿਥੀ ਸਭ ਜਾਨ। ਇਹ ਅਸੀਂ ਦੇਖ ਵੀ ਲਿਆ ਪਿਛਲੇ ਸਮਿਆਂ ਦੇ ਵਿੱਚ, ਬੜੇ ਜੀਵਨ ਦੇ ਵਰਤਾਰੇ ਇੰਜ ਦੇ ਵਾਪਰੇ ਨੇ। ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ ਐਸਾ ਸਿਮਰੋ ਨਿਤ। ਜਿਹੜਾ ਐਸਾ ਸਿਮਰੋ ਕਿਹਾ ਹੈ, ਇਹਦਾ ਭਾਵ ਹੈ ਕਿ ਜੇ ਪਰਮੇਸ਼ਰ ਨਾਲ ਜੁੜਨਾ ਅਤੇ ਦੁਨਿਆਵੀ ਲੋਭ ਕਰਕੇ ਨਾ ਜੁੜੋ। ਇਹ ਸਭ ਤੋਂ ਨਿਮਨ ਤਰੀਕੇ ਦਾ ਰਿਸ਼ਤਾ ਹੈ, ਲੋਭ ਕਰਕੇ ਜੁੜਨਾ। ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ ਭਗਤੀ ਭਾਵ ਦੇ ਵਿੱਚ ਭਰੋਸਾ ਕਮਾਓ, ਭਰੋਸੇ ਦੇ ਵਿੱਚੋਂ ਆਪਣਾ ਸਿਮਰਨ ਦਾ ਕਰਮ ਪਾਲੋ। ਇਸ ਕਰਕੇ ਭਗਤ ਕਬੀਰ ਸਾਹਿਬ ਜੀ ਕਹਿੰਦੇ ਐਸਾ ਸਿਮਰੋ ਨਿਤ। ਜਦੋਂ ਸਦੀਵ ਐਸੇ ਪ੍ਰਭੂ ਨੂੰ ਸਿਮਰਦੇ ਹਾਂ ਤਾਂ ਹੁੰਦਾ ਕੀ ਹੈ, ਅਮਰਾਪੁਰ ਬਾਸਾ ਕਰੋ ਹਰ ਗਿਆ ਬਹੋਰੈ ਬਿੱਤ। ਜਿਵੇਂ ਉਦਾਹਰਨ ਦੇ ਤੌਰ 'ਤੇ ਬਚਪਨ ਦੇ ਵਿੱਚ ਨਾ ਬੰਦੇ ਦੀ ਬੁੱਧ ਜਿਹੜੀ ਹੈ ਉਹ ਨਿਰਛਲ ਹੁੰਦੀ ਹੈ, ਅਤੇ ਉਹਨੂੰ ਲੱਗਦਾ ਕਿ ਮੇਰਾ ਸਭ ਤੋਂ ਵੱਧ ਭਲਾ ਮੇਰੇ ਮਾਤਾ ਪਿਤਾ ਹੀ ਕਰ ਸਕਦੇ ਨੇ। ਥੋੜ੍ਹਾ ਜਵਾਨੀ ਦੇ ਵਿੱਚ ਚਲਿਆ ਜਾਵੇ, ਕੁਝ ਕੁ ਲੋੜਾਂ ਨਾ ਪੂਰੀਆਂ ਹੋਣ ਕਿਸੇ ਕਾਰਨ ਕਰਕੇ, ਅਤੇ ਉਹਦੇ ਅੰਦਰ ਜਿਹੜਾ ਉਹ ਇੱਕ ਖਾਸ ਤਰ੍ਹਾਂ ਦੀ ਨਿਰਛਲਤਾ ਦੇ ਨਾਲ ਭਰੋਸਾ ਬਣਿਆ ਹੁੰਦਾ ਸੀ ਬਚਪਨ 'ਚ, ਉਹ ਟੁੱਟ ਜਾਂਦਾ ਅਤੇ ਉਹ ਇਸ ਹੱਦ ਤੱਕ ਆ ਜਾਂਦਾ ਤੁਸੀਂ ਮੇਰੇ ਲਈ ਕੀਤਾ ਹੀ ਕੀ। ਇਸ ਕਰਕੇ ਜਦੋਂ ਅਸੀਂ ਪ੍ਰਭੂ ਦਾ ਭਰੋਸਾ ਰੂਪ ਛੱਡ ਬੈਠਦੇ ਹਾਂ ਤਾਂ ਫਿਰ ਸਾਨੂੰ ਜੀਵਨ ਦੇ ਜਿਹੜੀਆਂ ਸਥਿਤੀਆਂ ਬਣਦੀਆਂ ਨੇ, ਫਿਰ ਅਸੀਂ ਉਸ ਸਥਿਤੀਆਂ ਦੇ ਸਾਹਮਣੇ ਰੱਖ ਕੇ ਆਪਣਾ ਰੋਸ, ਆਪਣਾ ਗਿਲਾ ਸਾਰਾ ਕੁਝ ਅਕਾਲ ਪੁਰਖ ਨਾਲ ਬਣਾਉਣਾ ਸ਼ੁਰੂ ਕਰ ਦਿੰਦੇ। ਅਤੇ ਗੁਰੂ ਸਾਹਿਬ ਸਾਨੂੰ ਫਿਰ ਚੇਤੰਨ ਕਰਦੇ ਹਨ, 10 ਵਸਤੂ ਲੈ ਪਾਛੈ ਪਾਵੈ ਏਕ ਵਸਤ ਕਾਰਨ, ਵਿਖੋਟ ਗਵਾਵੈ ਏਕ ਭੀ ਨਾ ਦੇ 10 ਭੀ ਹਿਰ ਲੈ, ਤਉ ਮੂੜਾ ਕਹੋ ਕਹਾ ਕਰੇ। ਜਿਵੇਂ ਗੁਰਬਾਣੀ ਵਿੱਚ ਵਾਕ ਆਉਂਦਾ ਹੈ ਕਿ ਕੀੜਾ ਥਾਪ ਦੇ ਪਾਤਸ਼ਾਹੀ ਲਸ਼ਕਰ ਕਰੇ, ਸੁਆ ਮਨੁੱਖ ਕੀ ਕਰ ਲਏਗਾ। ਇੱਕ ਪ੍ਰਭੂ ਦੀ ਨਦਰ, ਗੁਰਬਾਣੀ ਜਾਂ ਨਦਰੋਂ ਪੱਠੀ ਜੇ ਕਰੇ ਸੁਲਤਾਨਾ ਕਹੋ ਕਰਾਏਂਦਾ। ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ ਜੇ ਸਮੱਸਿਆ ਇਹ ਹੈ ਕਿ ਜਦੋਂ ਤੂੰ ਉਸ ਸਿਰਜਣਹਾਰ ਨੂੰ ਇਸ ਕਰਕੇ ਦੇਖ ਲੈਣਾ ਕਿ ਅਸੀਂ ਭਰੋਸੇ ਵਾਲੇ ਭਗਤ ਹਾਂ ਕਿ ਅਸੀਂ ਲੋਭ ਵਾਲੇ ਭਗਤ ਹਾਂ, ਅਸੀਂ ਅਕਾਲ ਪੁਰਖ ਦੇ ਨਾਲ ਸਵਾਰਥ ਰੂਪ ਕੱਢਦੇ ਹਾਂ ਕਿ ਜਾਂ ਅਸੀਂ ਵਾਕਿਆ ਉਹਨੂੰ ਸਮੁੱਚ ਸਮਰਪਣ ਕੀਤਾ ਹੋਇਆ ਹੈ। ਇਸ ਕਰਕੇ ਭਗਤ ਕਬੀਰ ਸਾਹਿਬ ਜੀ ਕਹਿੰਦੇ ਅਮਰਾਪੁਰ ਬਾਸਾ ਕਰੋ। ਹੁਣ ਹੁੰਦਾ ਕੀ ਹੈ ਕਿ ਜਿਵੇਂ ਸਦੀਵ ਅਸੀਂ ਅਕਾਲ ਪੁਰਖ ਦੀ ਯਾਦ ਅਭਿਆਸ ਵਿੱਚ ਰਹਿੰਦੇ ਹਾਂ ਤਾਂ ਸਾਡਾ ਜਿਹੜਾ ਸੰਸਾਰਕ ਜੀਵਨ ਹੈ ਜਾਂ ਮਾਇਆ ਦੇ ਤਲ 'ਤੇ ਜਿਉਣ ਵਾਲਾ ਮਨ ਦਾ ਜੀਵਨ ਹੈ ਉਹ ਛੋਟਾ ਰਹਿ ਜਾਂਦਾ ਹੈ। ਹੁਣ ਇੱਕ ਗੁਰਬਾਣੀ 'ਚ ਅਵਸਥਾ ਦੇਖੋ, ਕੁਝ ਨਹੀਂ ਮੰਗਿਆ। ਦੁਨੀਆ ਨੂੰ ਹੁੰਦੀ ਰਾਜ ਦੀ ਖਾਹਿਸ਼, ਮੁਕਤੀ ਦੀ ਖਾਹਿਸ਼ ਵੀ ਹੁੰਦੀ ਹੈ, ਧਨ ਪਦਾਰਥਾਂ ਦੀ ਖਾਹਿਸ਼ ਵੀ ਹੁੰਦੀ ਹੈ, ਪਰ ਜਿਹੜੇ ਉਸ ਪ੍ਰਭੂ ਦੀ ਯਾਦ ਵਿੱਚ ਸਦੀਵ ਲੀਨ ਰਹੇ ਉਹਨਾਂ ਨੇ ਕਿਹਾ ਮਨਪ੍ਰੀਤ ਚਰਨ ਕਮਲਾਰੇ, ਕਿ ਇਹ ਸਦੀਵ ਇਹ ਰਹਿਣੀ ਚਾਹੀਦੀ ਹੈ। ਇਹਦਾ ਭਾਵ ਕੀ ਹੈ ਕਿ ਉਹ ਵੱਡਾ ਜੀਵਨ ਹੈ। ਜੇ ਅਸੀਂ ਰਾਜ ਦੀ ਖਾਹਿਸ਼ ਵਿੱਚ ਪਵਾਂਗੇ, ਰਾਜ ਦਾ ਭਾਵ ਖੁੱਸੇਗਾ, ਧਨ ਪਦਾਰਥਾਂ ਦੀ ਪ੍ਰਾਪਤੀ ਰਹੇਗੀ, ਉਹ ਜਦੋਂ ਪ੍ਰਾਪਤੀ ਹੋ ਵੀ ਜਾਏਗੀ ਛੱਡਣੀ ਪਏਗੀ, ਪਛੇਮਾਨ ਕਰੇਗੀ। ਸੰਸਾਰਕ ਸੰਬੰਧਾਂ ਦੇ ਮੋਹ ਦਾ ਸਿਲਸਿਲਾ ਲੰਬਾ ਕਰ ਲਵਾਂਗੇ, ਜਦੋਂ ਛੁੱਟਕੇਗਾ ਉਦੋਂ ਮਨੁੱਖ ਪਛੇਮਾਨ ਹੋਵੇਗਾ। ਇਸ ਕਰਕੇ ਭਗਤ ਕਬੀਰ ਸਾਹਿਬ ਜੀ ਕਹਿੰਦੇ ਅਮਰਾਪੁਰ, ਕਿ ਜਦੋਂ ਅਸੀਂ ਪ੍ਰਭੂ ਦੀ ਯਾਦ ਵਿੱਚ ਨਹੀਂ ਹੁੰਦੇ ਫਿਰ ਸਾਡਾ ਜੀਵਨ ਡੁਲਾਏਮਾਨ ਹੁੰਦਾ ਹੈ। ਫਿਰ ਡੁਲਾਏਮਾਨ ਹੋਣ ਕਰਕੇ ਕਿ ਫਿਰ ਨਿੱਕੀ ਨਿੱਕੀ ਹਾਲਤ ਬੰਦੇ ਨੂੰ ਦੁਖੀ ਕਰ ਦਿੰਦੀ ਹੈ। ਇਸ ਕਰਕੇ ਭਗਤ ਕਬੀਰ ਸਾਹਿਬ ਜੀ ਕਹਿੰਦੇ ਜੇ ਸਦੀਵ ਖਿੜੇ ਰਹਿਣਾ। ਰੋਜ਼ਾਨਾ ਜਪਜੀ ਸਾਹਿਬ ਦੀ ਬਾਣੀ 'ਚ ਪੜ੍ਹਦੇ ਹਾਂ, ਨਾਨਕ ਭਗਤਾ ਸਦਾ ਵਿਗਾਸ। ਉੱਥੇ ਵਿਗਾਸ ਦਾ ਅਰਥ ਇਕੱਲਾ ਖੁਸ਼ੀ ਨਹੀਂ ਹੈ, ਵਿਗਾਸ ਦਾ ਅਰਥ ਹੈ ਕਿ ਆਤਮਿਕ ਜੀਵਨ ਦੀ ਉੱਚਤਾ ਇੰਨੀ ਕਮਾਈ ਹੈ ਕਿ ਜਿਹੜਾ ਬਾਹਰੀ ਤਰ੍ਹਾਂ ਦਾ ਸਰੀਰਕ ਦਾ ਮਨ ਦਾ ਜੀਵਨ ਹੈ ਉਹ ਉਸ ਆਤਮਿਕ ਅਵਸਥਾ ਦੇ ਨੇੜੇ ਨਹੀਂ ਜਾ ਸਕਦਾ। ਭਾਵ ਕਿ ਸਰੀਰ ਦਾ ਦੁੱਖ ਦਰਦ ਹੀ ਨਹੀਂ ਪੈਦਾ ਕਰ ਸਕਦਾ, ਜਿਹੜਾ ਵਿਕਾਰਾਂ ਦੀ ਭਟਕਣ ਹੈ ਉਹ ਸ਼ਾਂਤੀ ਪੈਦਾ ਕਰ ਹੀ ਨਹੀਂ ਸਕਦੀ। ਇਸ ਕਰਕੇ ਭਗਤ ਕਬੀਰ ਸਾਹਿਬ ਜੀ ਕਹਿੰਦੇ ਅਮਰਾਪੁਰ ਬਾਸਾ ਕਰੋ। ਇਸ ਕਰਕੇ ਪ੍ਰਭੂ ਦੀ ਇੱਕ ਦਿਨ ਹੈ, ਜਿਵੇਂ ਉਦਾਹਰਨ ਦੇ ਤੌਰ 'ਤੇ ਕਿ ਰੋਜ਼ ਰੋਜ਼ ਮੰਗਣ ਜਾਣਾ, ਅਤੇ ਜੇ ਉਸ ਦਰ 'ਤੇ ਹੀ ਬਹਿ ਜਾਈਏ ਮੰਗਣ ਦੇ ਨਾਲੋਂ ਤਾਂ ਫਿਰ ਵਾਰ-ਵਾਰ ਮੰਗਣ ਨਹੀਂ ਜਾਣਾ ਪਏਗਾ। ਇਸ ਕਰਕੇ ਜਦੋਂ ਗੁਰੂ ਨਾਨਕ ਸਾਹਿਬ ਜੀ ਨਾ ਭਾਈ ਮਰਦਾਨਾ ਜੀ ਨੂੰ ਉਦਾਸੀਆਂ 'ਤੇ ਲੈ ਕੇ ਚੱਲੇ, ਅਤੇ ਉਦੋਂ ਗੁਰੂ ਸਾਹਿਬ ਜੀ ਨੂੰ ਭਾਈ ਮਰਦਾਨਾ ਜੀ ਨੇ ਕਿਹਾ ਵੀ ਸਤਿਗੁਰੂ ਸਾਹਿਬ ਜੀ ਵੀ ਮੈਂ ਤੁਹਾਡੇ ਨਾਲ ਚੱਲ ਤਾਂ ਪਵਾਂ, ਅਤੇ ਪਰ ਮੇਰੀ ਜੀਵਨ ਦੀਆਂ ਲੋੜਾਂ ਕੌਣ ਪੂਰੀਆਂ ਕਰੇਗਾ।
ਬੜੀਆਂ ਜ਼ਿੰਮੇਵਾਰੀਆਂ ਨੇ ਪਰਿਵਾਰ ਦੀਆਂ ਮੇਰੀਆਂ। ਤਾਂ ਗੁਰੂ ਸਾਹਿਬ ਜੀ ਨੇ ਬੜੇ ਅਮੋਲਕ ਬਚਨ ਕਹੇ ਭਾਈ ਮਰਦਾਨਾ ਜੀ ਨੂੰ, ਮਰਦਾਨਿਆਂ, ਮੈਂ ਅਕਾਲ ਪੁਰਖ ਦਾ ਡੂਮ ਅਤੇ ਤੂੰ ਅੱਗੇ ਮੇਰਾ ਡੂਮ। ਅਸੀਂ ਕੀਰਤੀ ਕਰਨੀ ਹੈ ਅਤੇ ਕੀਰਤੀ ਕਰਨ ਵਾਲਾ ਸਾਡੀ ਚਿੰਤਾ ਕਰੇ। ਅਸੀਂ ਕੀਰਤੀ ਕਰਨੀ ਹੈ, ਬਾਕੀ ਚਿੰਤਾ ਕਰਨਾ ਉਹਦਾ ਕੰਮ। ਤੂੰ ਇਸ ਭਰੋਸੇ 'ਤੇ ਚੱਲ ਪਾ। ਇਸ ਭਰੋਸੇ ਨੂੰ ਲੈ ਕੇ ਆਜੀਵਨ ਭਰ ਭਾਈ ਮਰਦਾਨਾ ਜੀ ਗੁਰੂ ਨਾਨਕ ਸਾਹਿਬ ਜੀ ਦੇ ਨਾਲ ਰਹੇ। ਕਦੀ ਜ਼ਿਕਰ ਨਹੀਂ ਕੀਤਾ ਕਿ ਗੁਰੂ ਸਾਹਿਬ ਜੀ 2 ਸਾਲ ਹੋ ਗਏ, ਪਰਿਵਾਰ ਕਿੱਥੇ ਹੋਵੇਗਾ, ਬੱਚੇ ਵੱਡੇ ਹੋ ਗਏ ਹੋਣਗੇ, ਕੀ ਹੋਇਆ ਹੋਵੇਗਾ। ਨਹੀਂ, ਜ਼ਿਕਰ ਹੀ ਨਹੀਂ ਕੀਤਾ। ਬਸ ਇਹੀ ਜਦੋਂ ਗੁਰੂ ਬਾਬੇ ਨੇ ਕਿਹਾ ਬਾਣੀ ਆਈ, ਉਸੇ ਵੇਲੇ ਭਾਈ ਮਰਦਾਨਾ ਜੀ ਨੇ ਸਮੇਂ ਅਨੁਸਾਰ ਰਾਗ ਦੀ ਸਥਿਤੀ ਨੂੰ ਵਾਜ ਕੇ ਤਾਰ ਛੇੜ ਦਿੱਤੀ। ਇਸ ਕਰਕੇ ਇਹਨੂੰ ਉੱਤਮ ਭਗਤ ਕਿਹਾ ਜਾਂਦਾ ਹੈ ਕਿ ਜਦੋਂ ਸਮਰਪਣ ਕਰ ਦਿੱਤਾ ਅਤੇ ਸਮਰਪਣ ਦੇ ਵਿੱਚ ਜੋ ਮਰਜ਼ੀ ਵਾਪਰੇ। ਅਸੀਂ ਸਮਰਪਣ ਨਹੀਂ ਕਰਦੇ, ਇਸ ਕਰਕੇ ਸਾਡੀ ਭਗਤੀ ਛੋਟੀ ਰਹਿ ਜਾਂਦੀ ਹੈ। ਅਤੇ ਉਸ ਛੋਟੀ ਭਗਤੀ ਦੇ ਵਿੱਚੋਂ ਜੇ ਕੋਈ ਸਾਡੀ ਖਾਹਿਸ਼ ਪੂਰੀ ਹੋ ਜਾਏ, ਫਿਰ ਹਰਦਮ ਸਾਡੀ ਜ਼ੁਬਾਨ 'ਤੇ ਸਤਿਗੁਰੂ ਬੜੀ ਕਿਰਪਾ ਹੈ। ਅਤੇ ਜੇ ਉਹ ਖਾਹਿਸ਼ ਕਿਸੇ ਅਧੂਰੀ ਰਹਿ ਜਾਏ ਤਾਂ ਫਿਰ ਗੁਰੂ ਦੁਆਰ ਤੋਂ ਹੀ ਬੇਮੁਖ ਹੋ ਜਾਣਾ। ਇਹ ਛੋਟੇ ਤਰ੍ਹਾਂ ਦਾ ਜੀਵਨ ਹੈ। ਇਹਦੇ ਵਿੱਚੋਂ ਹੀ ਬੰਦੇ ਮਨਮੁਖ ਬਣਦੇ ਨੇ, ਜਦੋਂ ਉਹਨਾਂ ਨੂੰ ਆਪਣੇ ਅੰਤਰੀਵ ਦਾ ਗਿਆਨ ਹੀ ਨਹੀਂ ਹੁੰਦਾ। ਹੁਣ ਗੱਲ ਕੀ ਹੈ ਕਿ ਜਦੋਂ ਬੰਦਾ ਸਿਮਰਨ ਅਭਿਆਸ ਵਿੱਚ ਜੁੜਦਾ ਹੈ, ਉਹਦੇ ਅੰਦਰ ਦੀਆਂ ਜਿਹੜੀਆਂ ਤ੍ਰਿਸ਼ਨਾ, ਆਸ਼ਾ, ਮਨਸ਼ਾ ਦਾ ਜੀਵਨ ਹੁੰਦਾ ਹੈ, ਉਹ ਛੋਟਾ ਹੋ ਜਾਂਦਾ ਹੈ। ਉਹ ਹੌਲੀ ਹੌਲੀ ਇੰਨਾ ਛੋਟਾ ਹੋ ਜਾਂਦਾ, ਫਿਰ ਉਹਨੂੰ ਲੱਗਦਾ ਕਿ ਜੋ ਕੁਝ ਮਿਲਿਆ ਇਹ ਭਰਪੂਰ ਹੀ ਹੈ। ਬਸ ਗੱਲ ਕੀ ਹੈ ਕਿ ਸਾਡੇ ਕੋਲ ਇਹਦਾ ਅਹਿਸਾਸ ਨਹੀਂ ਹੈ। ਜਿਵੇਂ ਸ਼ੇਖ ਸਾਦੀ ਸਾਹਿਬ, ਇੱਕ ਵਾਰੀ ਉਹਨਾਂ ਨੇ ਜੁੱਤੀ ਪਾਈ ਹੋਈ ਸੀ, ਉਹਨਾਂ ਦੇ ਪੈਰ ਨੂੰ ਬਹੁਤ ਲੱਗੇ, ਨਵੀਂ ਲਈ ਸੀ, ਅਤੇ ਉਹ ਪੈਰ ਕਾਫੀ ਉਹਨਾਂ ਦਾ ਜ਼ਖਮ ਵਗੈਰਾ ਹੋ ਗਿਆ। ਚਲਦਿਆਂ ਚਲਦਿਆਂ ਮਸਜਿਦ ਨੂੰ ਜਾ ਰਹੇ ਸਨ, ਤਾਂ ਚਲਦਿਆਂ ਚਲਦਿਆਂ ਜਾ ਰਹੇ ਸਨ ਤਾਂ ਮਨ 'ਚ ਰੋਸ ਗਿਲਾ ਕਰਦੇ ਜਾ ਰਹੇ ਸਨ ਕਿ ਮਾਲਕ ਕੀ ਫਾਇਦਾ, ਤੇਰੇ ਮਾਰਗ 'ਤੇ ਚੱਲਦੇ ਹਾਂ, ਜੁੱਤੀ ਲੱਗ ਰਹੀ, ਜ਼ਖਮ ਹੋਇਆ ਪਿਆ, ਬੜੀ ਮੁਸ਼ਕਿਲ ਹੈ। ਰੋਸ ਗਿਲੇ ਨਾਲ ਭਰਦੇ ਮਸਜਿਦ ਦੇ ਵਿੱਚ ਪਹੁੰਚੇ। ਉੱਥੇ ਇੱਕ ਲੂਲਾ ਲੰਗੜਾ, ਪਤਾ ਨਹੀਂ ਕੋਈ ਕਿਵੇਂ ਉਹ ਘਿਸਰ ਕੇ ਆ ਗਿਆ, ਕੋਈ ਛੱਡ ਗਿਆ, ਕਿਵੇਂ ਸੀ। ਉਹ ਬੜੇ ਧੰਨਵਾਦ ਦੇ ਵਿੱਚ ਜਿਹੜੀ ਅਰਦਾਸ ਕਰ ਰਿਹਾ, ਉਹ ਸ਼ੇਖ ਸਾਦੀ ਦੇ ਕੰਨੀ ਪਈ। ਉਹ ਲੂਲਾ ਲੰਗੜਾ ਕਹਿ ਰਿਹਾ ਸੀ, ਕਹਿੰਦਾ ਮਾਲਕ ਠੀਕ ਹੈ, ਤੂੰ ਮੈਨੂੰ ਲੱਤਾਂ ਨਹੀਂ ਦਿੱਤੀਆਂ, ਮੈਂ ਤੁਰਨ ਜੋਗਾ ਨਹੀਂ, ਪਰ ਮੈਂ ਤੇਰਾ ਧੰਨਵਾਦੀ ਹਾਂ ਕਿ ਤੂੰ ਮੈਨੂੰ ਜਜ਼ਬਾ ਇਹੋ ਜਿਹਾ ਦਿੱਤਾ ਕਿ ਮੈਂ ਇਸ ਲੂਲੇ ਲੰਗੜੇ ਸਰੀਰ ਨੂੰ ਵੀ ਘਸੀਟ ਘਸੀਟ ਕੇ ਤੇਰੇ ਦੁਆਰ ਤੱਕ ਲੈ। ਇਸ ਕਰਕੇ ਤੇਰਾ ਧੰਨਵਾਦ ਕਿ ਇੰਨਾ ਤਾਂ ਤਾਣ ਫਿਰ ਵੀ ਦਿੱਤਾ ਹੈ ਨਾ। ਜਦੋਂ ਕਹਿੰਦੇ ਸ਼ੇਖ ਸਾਦੀ ਨੇ ਇਹ ਸੁਣੀ ਤਾਂ ਉਹ ਕੰਬ ਗਿਆ ਉਹਨਾਂ ਦਾ ਜੀਵਨ, ਕਿ ਇਹਦੇ ਕੋਲ ਕੋਈ ਸਮਰੱਥਾ ਨਹੀਂ, ਇਹਦਾ ਧੰਨਵਾਦ ਵੱਡਾ ਹੈ। ਮੇਰੇ ਕੋਲੋਂ ਸਮਰੱਥਾ ਹੈ, ਮੇਰਾ ਧੰਨਵਾਦ ਛੋਟਾ। ਇਹਦਾ ਮਤਲਬ ਮੈਂ ਇਹਦੇ ਨਾਲੋਂ ਛੋਟਾ ਭਗਤ ਹੈ। ਇਸ ਕਰਕੇ ਸਿਆਣੇ ਕਹਿੰਦੇ ਨੇ ਕਿ ਜਦੋਂ ਧਨ ਦੇਖਣਾ ਹੋਵੇ, ਆਪਣੇ ਤੋਂ ਅਗਲੇ ਦਾ ਦੇਖੋ, ਹੰਕਾਰ ਨਹੀਂ ਆਏਗਾ। ਕਰੋੜਪਤੀ ਹੋ ਅਤੇ ਅਰਬਪਤੀ ਨੂੰ ਦੇਖ ਲਓ, ਆਪਣੀ ਹਸਤੀ ਛੋਟੀ ਲੱਗਣ ਲੱਗ ਪਏਗੀ ਕਿ ਅਸੀਂ ਤਾਂ ਕਰੋੜ ਵਾਲੇ ਹਾਂ। ਜਦੋਂ ਧਰਮ ਦੇਖਣਾ ਹੋਵੇ, ਪਿਛਲੇ ਦਾ ਦੇਖੋ, ਅਤੇ ਜਦੋਂ ਧਰਮ ਦੇਖਣਾ ਹੋਵੇ ਅਗਲੇ ਦਾ ਦੇਖੋ। ਭਾਵ ਕਿ ਸਾਡੀ ਤਾਂ 10 ਦਿਨ ਦੀ ਹਾਜ਼ਰੀ, ਇਹਦੀ ਪੂਰੀ 30 ਦਿਨ ਦੀ ਹੈ। ਇਸ ਕਰਕੇ ਤਾਂ ਕਿ ਉੱਤਮ ਪ੍ਰੇਰਣਾ ਪੈਦਾ ਹੋਵੇ। ਇਸ ਕਰਕੇ ਅਰਦਾਸ ਦਾ ਇੱਕੋ ਹੀ ਭਾਵ ਹੁੰਦਾ, ਧੰਨਵਾਦ, ਸ਼ੁਕਰਾਨੇ ਦਾ ਆਲਮ। ਔਰ ਗੁਰੂ ਸਾਹਿਬਾਨਾਂ ਦਾ ਜੀਵਨ ਦੇਖੋ। ਗੁਰੂ ਸਾਹਿਬਾਨ ਜਦੋਂ ਸ਼ਾਹੀ ਸਿੰਘਾਸਣ, ਉਹਨਾਂ ਦੇ ਦਰਬਾਰ ਦੀ ਏਡੀ ਵੱਡੀ ਸ਼ੋਭਾ ਹੈ, ਅਤੇ ਆਨੰਦਪੁਰ ਦੇ ਵਿੱਚ ਸ਼ਾਹੀ ਸਿੰਘਾਸਣ 'ਤੇ ਬੈਠਿਆਂ ਬੜੀ ਵੱਡੀ ਸ਼ੋਭਾ ਦੇ ਮਾਲਕ ਗੁਰੂ ਗੋਬਿੰਦ ਸਿੰਘ ਉਦੋਂ ਵੀ ਅਕਾਲ ਉਸਤਤ ਬਾਣੀ ਦਾ ਉਚਾਰਨ ਕਰਦੇ ਨੇ ਅਤੇ ਤੁਸੀਂ ਆਖਦੇ ਨੇ। ਜਦ ਗੁਰੂ ਸਾਹਿਬ ਜੀ ਸਿਖਰ ਦੀ ਫਕੀਰੀ ਧਾਰਨ ਕਰਦੇ ਨੇ ਮਾਛੀਵਾੜੇ ਦੇ ਜੰਗਲ ਵਿੱਚ, ਉਦੋਂ ਵੀ ਉਹ ਉਸ ਨੂੰ ਓਨੀ ਹੀ ਮਿਠਾਸ ਦੇ ਨਾਲ, ਪਿਆਰ ਨਾਲ ਯਾਦ ਕਰਦੇ ਨੇ। ਅਸਲ 'ਚ ਸਾਨੂੰ ਕੋਈ ਇਹ ਨਹੀਂ ਕਿ ਜਿਵੇਂ ਅਸੀਂ ਅੱਜ ਗੁਰਬਾਣੀ ਵਿਆਖਿਆ ਕਰਦੇ ਤਾਂ ਕਈ ਵਾਰੀ ਸਾਨੂੰ ਲੱਗਦਾ ਹੈ ਕਿ ਜੇ ਵਾਕ ਹੋਰ ਖੁੱਲ੍ਹਣਾ ਚਾਹੀਦਾ ਸੀ, ਹੋਰ ਵਿਆਖਿਆ ਹੋਣੀ ਚਾਹੀਦੀ ਸੀ। ਪਰ ਜੇ ਅਸੀਂ ਗੁਰੂ ਸਾਹਿਬਾਨਾਂ ਦੇ ਜੀਵਨ ਨੂੰ ਮੁੱਖ ਰੱਖ ਕੇ ਗੁਰਬਾਣੀ ਵਿੱਚ ਉਹਦੇ ਦਰਸ਼ਨ ਕਰੀਏ ਤਾਂ ਸਾਨੂੰ ਕੋਈ ਬਹੁਤੀ ਡੂੰਘੀ ਵਿਆਖਿਆ ਦੀ ਲੋੜ ਵੀ ਨਹੀਂ। ਗੁਰੂ ਨਾਨਕ ਸਾਹਿਬ ਮਹਾਰਾਜ ਜਿਸ ਹਾਲਤ ਦੇ ਵਿੱਚ ਰਹੇ, ਜਦੋਂ ਉਦਾਸੀਆਂ 'ਤੇ ਗਏ, ਹਾਲਤ ਇੱਕੋ ਜਿਹੀ ਨਹੀਂ ਰਹੀ। ਕਿਤੇ ਭੋਜਨ ਮਿਲਿਆ, ਕਿਤੇ ਨਾ ਮਿਲਿਆ, ਕਿਤੇ ਰਹਿਣ ਨੂੰ ਮਿਲਿਆ, ਕਿਤੇ ਨਾ ਮਿਲਿਆ। ਇਸ ਕਰਕੇ ਸਾਨੂੰ ਗੁਰੂ ਸਾਹਿਬਾਨਾਂ ਨੇ ਉਹ ਸਾਰਾ ਜੀਵਨ ਦਾ ਉੱਚਾ ਰੂਪ, ਉੱਚੀ ਅਵਸਥਾ ਦਾ ਜੀਵਨ ਜਿਉਂ ਕੇ ਦਿਖਾਇਆ। ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ, ਅਮਰਾਪੁਰ ਬਾਸਾ ਕਰੋ। ਹੁਣ ਇਹ ਕਿਹੜੀ ਅਵਸਥਾ ਹੈ ਕਿ ਜਾਮਾ ਲੀਰੋ ਲੀਰ ਹੋਵੇ, ਸਾਰਾ ਬਦਨ ਜਿਹੜਾ ਕੰਡਿਆਂ ਦੇ ਨਾਲ ਵਿਧਿਆ ਹੋਵੇ, ਸਿਖਰ ਦੀ ਠੰਡ ਹੋਵੇ, ਅਤੇ ਬੰਦੇ ਦੀ ਜ਼ੁਬਾਨ 'ਤੇ ਗੀਤ ਹੋਵੇ ਕਿ ਤੁਧ ਬਿਨ ਰੋਗ ਰਜਾਈਆਂ ਦਾ ਓਡਣ, ਨਾਗ ਨਿਵਾਸਾਂ ਦੇ ਰਹਿਣਾ। ਇਹਦਾ ਭਾਵ ਕੀ ਹੈ ਕਿ ਉਹਨੇ ਆਪਣਾ ਹਿਰਦਾ, ਅਸਲ ਹਿਰਦਾ ਪ੍ਰਭੂ ਨਾਲ ਜੋੜਿਆ ਹੋਇਆ, ਅਤੇ ਉਹ ਭਾਵੇਂ ਜੀਵਨ ਦੀ ਜਿਵੇਂ ਮਰਜ਼ੀ ਹਾਲਤ ਹੋਵੇ, ਉਹਦੀ ਇਸ ਅਵਸਥਾ ਨੂੰ ਨਹੀਂ ਡਲਾ ਸਕਦੇ। ਬਾਣੇ ਨੂੰ ਲੀਰੋ ਲੀਰ ਕਰ ਦੇਣਗੇ, ਪਰਿਵਾਰ ਖੇਰੂ ਖੇਰੂ ਹੋ ਜਾਏਗਾ, ਕੁਝ ਪਾਸ ਨਹੀਂ ਰਹੇਗਾ, ਪਰ ਜਿਹੜਾ ਅਸਲ ਧਨ ਹੈ ਉਹ ਨਹੀਂ ਵਿਸਰੇਗਾ। ਇਸ ਕਰਕੇ ਭਗਤ ਕਬੀਰ ਸਾਹਿਬ ਜੀ ਕਹਿੰਦੇ, ਅਮਰਾਪੁਰ,
ਜਿੱਥੇ ਜਾ ਕੇ ਡੁਲਾਏਮਾਨ ਦੇ ਭਾਵ ਹੀ ਖਤਮ ਹੋ ਜਾਂਦੇ ਹਨ। ਇਸ ਕਰਕੇ ਜਿਹੜੇ ਸਿਮਰਨ ਅਭਿਆਸ ਵਾਲੇ ਬੰਦੇ ਹਨ ਉਹ ਤਾਂ ਉਹਨਾਂ ਦਾ ਜੀਵਨ ਥੋੜ੍ਹਾ ਬੈਲੈਂਸਡ ਹੁੰਦਾ। ਅੱਜ ਕੀ ਹੁੰਦਾ, ਬੰਦੇ ਖੁਸ਼ੀ ਹੋਵੇ ਨਾ ਤਾਂ ਸ਼ਦਾਈ ਹੋ ਜਾਂਦੇ ਨੇ, ਅਤੇ ਗਮੀ ਦਾ ਥੋੜ੍ਹਾ ਜਿਹਾ ਵੀ ਆਲਮ ਵਾਪਰ ਜਾਏ ਨਾ ਤਾਂ ਸਿਰੇ ਦੇ ਪਾਗਲ ਹੋ ਜਾਂਦੇ ਨੇ, ਮਾਨਸਿਕ ਸੰਤੁਲਨ ਹੀ ਗਵਾ ਬੈਠਦੇ ਨੇ। ਕਿਉਂਕਿ ਆਪਣਾ ਜਿਸ ਚੀਜ਼ ਨੇ ਤੁਹਾਨੂੰ ਬੈਲੈਂਸ ਕਰਨਾ ਹੈ, ਤੁਹਾਡੀ ਸਿਮਰਤੀ ਨੇ। ਫਿਰ ਸਿਮਰਤੀ ਦੇ ਵਿੱਚ ਦੋ ਚੀਜ਼ਾਂ ਹੁੰਦੀਆਂ ਨੇ, ਇੱਕ ਨਹੀਂ ਹੁੰਦੀ। ਸਿਮਰਤੀ ਦੇ ਵਿੱਚ ਇੱਕ ਤਾਂ ਭਰੋਸਾ ਹੁੰਦਾ ਹੈ ਕਿ ਮਾਲਕ ਮੇਰਾ ਸਿਰਜਣਹਾਰ ਹੈ, ਪ੍ਰਤਪਾਲਕ ਹੈ। ਦੂਜੇ ਪਾਸੇ ਸਿਮਰਤੀ ਦੇ ਵਿੱਚ ਗਿਆਨ ਵੀ ਹੁੰਦਾ ਹੈ। ਜਦੋਂ ਅਸੀਂ ਵਾਹਿਗੁਰੂ ਸ਼ਬਦ ਦਾ ਅਭਿਆਸ ਕਰਦੇ ਹਾਂ ਅਤੇ ਉਹਦੇ ਨਾਲ ਸਾਡੇ ਭਰੋਸਾ ਵੀ ਵੱਜਦਾ ਅਤੇ ਨਾਲ ਸਾਡਾ ਗਿਆਨ ਵੀ ਪ੍ਰਗਟ ਹੁੰਦਾ ਹੈ ਕਿ ਸਾਨੂੰ ਜੀਵਨ ਦੀਆਂ ਸਾਰੀਆਂ ਹਾਲਤਾਂ ਇਕੱਠੀਆਂ ਸਮਝ ਆਉਂਦੀਆਂ ਹਨ। ਇਸ ਕਰਕੇ ਗੁਰਬਾਣੀ 'ਚ ਐਸੇ ਵੀ ਵਾਕ ਪ੍ਰਾਪਤ ਹੁੰਦੇ ਹਨ ਕਿ ਤੂੰ ਮਾਲਕ ਸਾਨੂੰ ਸਦ ਦੇਖਦਾ, ਇਸ ਕਰਕੇ ਤੇਰੇ ਤੋਂ ਪਰਾਂ ਨਹੀਂ ਹੋ ਸਕਦੇ ਅਤੇ ਤੂੰ ਸਾਰੀ ਵਿੱਥਿਆ ਜਾਣਦਾ ਹੈ। ਇਸ ਕਰਕੇ ਗੁਰੂ ਭਗਤ ਕਬੀਰ ਸਾਹਿਬ ਜੀ ਕਹਿੰਦੇ ਅਮਰਾਪੁਰ। ਹੁਣ ਅਮਰਾਪੁਰ ਸ਼ਬਦ ਦਾ ਥੋੜ੍ਹਾ ਵਿਸਤਾਰ ਆਪਦੇ ਸਨਮੁਖ ਰੱਖ। ਜਦੋਂ ਅਸੀਂ ਪ੍ਰਭੂ ਦੀ ਸਿਮਰਨ ਤੋਂ ਛੁਟਕਿਆ ਜੀਵਨ ਜਿਉਂਦੇ ਹਾਂ ਅਤੇ ਫਿਰ ਜੀਵਨ ਦੀ ਨਿਮਨ ਪੱਧਰ 'ਤੇ ਆ ਜਾਂਦੇ ਹਾਂ, ਫਿਰ ਇੱਥੇ ਆ ਕੇ ਹਰੇਕ ਸਥਿਤੀ ਜਿਹੜੀ ਹੈ ਅਸੀਂ ਆਪਣੇ ਯਤਨ ਦੇ ਨਾਲ ਹੱਲ ਕਰਨ ਲੱਗ ਪੈਂਦੇ ਹਾਂ ਅਤੇ ਆਪਣੇ ਯਤਨ ਦੇ ਨਾਲ ਹੱਲ ਕਾਫੀ ਹੋ ਵੀ ਜਾਂਦੀਆਂ ਨੇ, ਪਰ ਜਦੋਂ ਨਹੀਂ ਹੁੰਦੀਆਂ ਤਾਂ ਉਦੋਂ ਸਾਡੀ ਹਉਮੈ ਨੂੰ ਪ੍ਰਭੂ ਟਕੋਰਦਾ ਹੈ। ਇਸ ਕਰਕੇ ਗੁਰਬਾਣੀ ਦੇ ਵਿੱਚ ਨਾ ਇੱਕ ਵਾਕ ਆਉਂਦਾ ਹੈ, ਮਨ ਕੀ ਮਨ ਹੀ ਮਾਹੇ ਰਹੀ। ਕਈ ਵਾਰੀ ਜਦੋਂ ਸਾਡੀ ਅਰਦਾਸ ਦੀ ਕੋਈ ਕਾਮਨਾ ਨਹੀਂ ਪੂਰੀ ਹੋਈ ਅਤੇ ਉੱਥੇ ਰੋਸ ਦਾ ਭਾਵ ਨਹੀਂ ਅਖਤਿਆਰ ਕਰਨਾ ਚਾਹੀਦਾ। ਉੱਥੇ ਸਾਨੂੰ ਗੁਰੂ ਸ਼ਬਦ ਦੇ ਵਿਚਾਰ ਦੇ ਵਿੱਚ ਉਤਰ ਕੇ ਅਤੇ ਆਪਣੇ ਆਪ ਦੀ ਵਿਚਾਰ ਕਰ ਲੈਣੀ ਚਾਹੀਦੀ ਹੈ ਕਿ ਜੇ ਇਹ ਦਾਤ ਜਾਂ ਇਹ ਕੁਝ ਨਹੀਂ ਮੈਨੂੰ ਪ੍ਰਾਪਤ ਹੋਇਆ ਤਾਂ ਇਹਦਾ ਵੱਡਾ ਅਰਥ ਕੀ ਹੈ। ਜਿਵੇਂ ਕਹਿੰਦੇ ਕੋਈ ਰੱਬ ਦਾ ਬਹੁਤ ਵੱਡਾ ਭਗਤ ਸੀ, ਉਹ ਸਾਰੀ ਜ਼ਿੰਦਗੀ ਭਗਤੀ ਕਰਦਾ ਰਿਹਾ ਤਾਂ ਕੋਈ ਧਨ ਧੁਨ ਪ੍ਰਾਪਤ ਨਾ ਹੋਇਆ, ਗਰੀਬਾਂ ਵਾਲਾ ਜੀਵਨ ਰਿਹਾ। ਇੱਕ ਦਿਨ ਲਾਗੋਂ ਕਿਸੇ ਅਮੀਰ ਦੀ ਸਵਾਰੀ ਲੰਘ ਰਹੀ ਸੀ ਅਤੇ ਉਹ ਅਮੀਰ ਦੀ ਸਵਾਰੀ ਨੂੰ ਦੇਖ ਕੇ ਕਹਿੰਦਾ ਵੀ ਉਹਨੇ ਰੱਬ ਨੂੰ ਤਾਨਾ ਜਾ ਮਾਰਿਆ, ਕਹਿੰਦਾ ਵੀ ਇਹਨੇ ਮੈਨੂੰ ਨਹੀਂ ਲੱਗਦਾ ਕਦੀ ਤੇਰੇ ਆਪਣੇ ਜ਼ੁਬਾਨ ਤੋਂ ਤੇਰਾ ਨਾਂ ਲਿਆ ਹੋਵੇ। ਅਕਾਲ ਪੁਰਖ ਨੂੰ ਕਹਿੰਦਾ ਮੈਂ ਰੋਜ਼ ਲੈਂਦਾ ਤਾਂ ਮੇਰੀ ਤਾਂ ਕੋਈ ਇਸ ਤਰ੍ਹਾਂ ਦੀ ਪ੍ਰਤੀਤ ਨਹੀਂ, ਕੋਈ ਨਮਸਕਾਰ ਨਹੀਂ ਕਰਦਾ, ਕੋਈ ਸਲਾਮ ਨਹੀਂ ਆਖਦਾ। ਅਤੇ ਕਹਿੰਦੇ ਇੰਨੇ 'ਚ ਇਹਨੂੰ ਨਾ ਗੈਬ 'ਚੋਂ ਆਕਾਸ਼ 'ਚੋਂ ਆਵਾਜ਼ ਆਈ ਕਿ ਤੂੰ ਦੱਸ ਵੀ ਤੂੰ ਇਕੱਲੀ ਦੁਨਿਆਵੀ ਕਿਸਮ ਦੀ ਅਮੀਰੀ ਭੋਗਣੀ ਹੈ ਕਿ ਜਾਂ ਦੂਜੀ ਵੀ ਅਮੀਰੀ ਭੋਗਣੀ ਹੈ। ਉਹ ਕਹਿੰਦਾ ਦੋਵੇਂ ਭੋਗਣੀਆਂ ਨੇ। ਉਹ ਕਹਿੰਦਾ ਤੂੰ ਇੱਥੋਂ ਉੱਠ ਕੇ ਨਗਰ ਦੇ ਵਿੱਚ ਜਾ। ਉਹ ਨਗਰ ਦੇ ਵਿੱਚ ਗਿਆ, ਸਾਰਾ ਨਗਰ ਉਹਦੇ ਪੈਰੀਂ ਪਵੇ। ਫਿਰ ਥੋੜ੍ਹੇ ਸਮੇਂ ਬਾਅਦ ਉਹਨੂੰ ਗੈਬ 'ਚੋਂ ਆਵਾਜ਼ ਪ੍ਰਗਟ ਹੋਈ ਕਿ ਤੂੰ ਇਕੱਲਾ ਦੁਨਿਆਵੀ ਅਮੀਰ ਨਹੀਂ, ਅੱਖਾਂ ਬੰਦ ਕੀਤੀਆਂ ਪਰਲੋਕ ਦੇ ਵਿੱਚ ਵੀ ਉਹਦਾ ਜੈ ਜੈਕਾਰ ਹੋ ਰਹੀ ਸੀ। ਇਸ ਕਰਕੇ ਭਗਤ ਕਬੀਰ ਸਾਹਿਬ ਜੀ ਕਹਿੰਦੇ ਅਮਰਾਪੁਰ ਵਾਸਾ ਕਰੋ ਉਹ ਨਿਰੋਲ ਅਡੋਲ ਅਵਸਥਾ ਕਮਾ ਲਓ, ਜਿੱਥੇ ਜਾ ਕੇ ਨਾ ਖਾਹਿਸ਼ਾਂ ਡੁਲਾਉਣ। ਹੁਣ ਸਾਨੂੰ ਖਾਹਿਸ਼ਾਂ ਹੀ ਸਾਡਾ ਭਰੋਸਾ ਡੁਲਾ ਦਿੰਦੀਆਂ ਨੇ ਕਈ ਵਾਰੀ। ਇਸ ਕਰਕੇ ਉਹ ਅਡੋਲ ਅਵਸਥਾ ਸਿਮਰਨ ਦੇ ਨਾਲ ਪ੍ਰਾਪਤ ਕਰ ਲਓ, ਜਿਹਦੇ ਸਦਕਾ ਭਗਤ ਕਬੀਰ ਸਾਹਿਬ ਜੀ ਆਖਦੇ ਹਨ ਹਰ ਗਿਆ ਬਹੋਰੈ ਬਿੱਤ। ਅਤੇ ਜਿਹੜਾ ਦੁਨਿਆਵੀ ਧੰਦਿਆਂ ਦੇ ਮਗਰ ਲੱਗ ਕੇ ਜੀਵਨ ਦੀ ਅਵਸਥਾ ਚਲੀ ਗਈ, ਸਿਮਰਨ ਦੇ ਨਾਲ ਮੁੜ ਕਾਇਮ ਹੋ ਸਕਦੀ। ਇਸ ਤਰ੍ਹਾਂ ਭਗਤ ਕਬੀਰ ਸਾਹਿਬ ਜੀ ਸਾਨੂੰ ਨਵਾਜ਼ਿਸ਼ ਕਰਦੇ ਹਨ। ਧੰਨ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ, ਜਿਨ੍ਹਾਂ ਨੂੰ ਬੰਦੀ ਛੋੜ ਦਾਤਾ ਕਿਹਾ ਜਾਂਦਾ ਹੈ। ਬੰਦੀ ਛੋੜ ਜਦੋਂ ਸ਼ਬਦ ਅਸੀਂ ਕਹਿੰਦੇ ਹਾਂ ਤਾਂ ਇਹਦੇ ਦੋ ਇਤਿਹਾਸਕ ਤੌਰ 'ਤੇ ਸਾਨੂੰ ਸਿਮਰਤੀ ਆਉਂਦੀ ਹੈ ਕਿ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ 52 ਰਾਜਿਆਂ ਨੂੰ ਮੁਕਤ ਕੀਤਾ। ਪਰ ਜੇ ਅਸੀਂ ਇਹਨੂੰ ਅਧਿਆਤਮਕ ਅਰਥਾਂ ਦੇ ਵਿੱਚ ਦੇਖੀਏ ਤਾਂ ਅਸੀਂ ਰੋਜ਼ਾਨਾ ਮੈਂ ਇਸ ਗੱਲ ਨੂੰ ਵਾਚ ਰਿਹਾ ਸਾਂ ਕਿ ਅਸੀਂ ਇਹਨੂੰ ਦਿਵਸ ਬਣਾ ਲਿਆ ਹੈ। ਜੇ ਸਾਡਾ ਸਿੱਖ ਜੀਵਨ ਇਸ ਨਾਲ ਜੁੜਨਾ ਹੈ ਤਾਂ ਸਾਨੂੰ ਜੀਵਨ ਦੀ ਪ੍ਰਤੀਤ ਹੀ ਐਸੀ ਬਣਾਉਣੀ ਪਏਗੀ। ਅਸੀਂ ਜਿਵੇਂ ਭਾਈ ਗੁਰਦਾਸ ਸਾਹਿਬ ਜੀ ਦਾ ਸ਼ਬਦ ਅੱਜ ਕੱਲ੍ਹ ਬਹੁਤ ਪੜ੍ਹਿਆ ਜਾ ਰਿਹਾ, ਤਾਂ ਉਸ ਸ਼ਬਦ ਦਾ ਸਮੁੱਚਾ ਪ੍ਰਕਰਣ ਦੇਖੋ ਸਤਿਗੁਰੂ ਦੀ ਮਹਿਮਾ ਦਾ ਹੈ। ਅਸੀਂ ਇੱਕ ਸ਼ਬਦ ਦੇ ਵਿੱਚੋਂ ਉਹਦਾ ਭਾਵ ਕੱਢ ਕੇ ਅੱਜ ਦੇ ਦਿਨ ਨਾਲ ਜੋੜੀ ਜਾ ਰਹੇ ਹਾਂ। ਉਹਦੇ ਵਿੱਚ ਆਰੰਭ ਦੇ ਵਿੱਚ ਜ਼ਿਕਰ ਸਤਿਗੁਰੂ ਆਉਂਦਾ ਹੈ ਕਿ ਸਤਿਗੁਰੂ ਜਿਹੜਾ ਉਹ ਪਾਰਸ ਰੂਪ ਹੁੰਦਾ ਹੈ, ਉਹ ਮਨੂਰਾਂ ਨੂੰ ਕੰਚਨ ਕਰ ਦਿੰਦਾ। ਸਤਿਗੁਰੂ ਚੰਦਨ ਹੁੰਦਾ ਹੈ, ਉਹ ਸਾਰਿਆਂ ਨੂੰ ਮਹਿਕਾ ਦਿੰਦਾ। ਅਤੇ ਇਹਦੇ ਵਿੱਚ ਫਿਰ ਲਾਸਟ 'ਤੇ ਜ਼ਿਕਰ ਆਉਂਦਾ ਹੈ ਸਤਿਗੁਰ ਬੰਦੀ ਛੋੜ ਹੈ ਜੀਵਨ ਮੁਕਤ ਕਰੇ ਉਡੀਣਾ, ਕਿ ਭਾਵ ਕਿ ਜਿਹੜਾ ਬੰਧਨਾਂ ਦੇ ਵਿੱਚ ਫਸਿਆ ਹੋਇਆ ਸਿੱਖ ਹੈ ਉਹ ਹੌਲੀ ਹੌਲੀ ਉਹਦੇ ਬੰਧਨ ਗੁਰੂ ਕੱਟਦਾ। ਅਤੇ ਜਿੱਦਣ ਉਹਦੇ ਸਮੁੱਚੇ ਬੰਧਨ ਕੱਟੇ ਜਾਂਦੇ ਨੇ ਉਦੋਂ ਉਹਦੇ ਅੰਦਰ ਇੱਕ ਭਾਵ ਉਪਜਦਾ ਕਿ ਸਤਿਗੁਰੂ ਮੇਰਾ ਬੰਦੀ ਛੋੜ ਵੀ ਹੈ। ਇਸੇ ਤਰ੍ਹਾਂ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੂੰ ਬਾਦਸ਼ਾਹ ਜਹਾਂਗੀਰ ਨੇ ਸੰਮਨ ਦੇ ਕੇ ਭੇਜਿਆ ਕਿ ਤੁਸੀਂ ਦਿੱਲੀ ਪੇਸ਼ ਹੋ। ਗੁਰੂ ਸਾਹਿਬ ਜੀ ਦਸੰਬਰ 1611 ਨੂੰ ਜਿਹੜਾ ਦਿੱਲੀ ਦੇ ਵਿੱਚ ਗਏ, ਗੁਰਦੁਆਰਾ ਮਜਨੂ ਕੇ ਟਿੱਲਾ ਵਿਖੇ ਗੁਰੂ ਸਾਹਿਬ ਜੀ ਬੈਠੇ ਸਨ। ਉੱਥੋਂ ਛਲ ਕਪਟ ਦੇ ਫਰੇਬੀ ਭਾਵ ਦੇ ਨਾਲ ਗੁਰੂ ਸਾਹਿਬ ਜੀ ਨੂੰ ਕੈਦ ਕਰ ਲਿਆ ਗਿਆ
ਤੇ 12 ਸਾਲ ਦੀ ਕੈਦ ਦੇ ਹੁਕਮ ਦਿੱਤੇ, ਗਵਾਲੀਅਰ ਦੀ ਸ਼ਾਹੀ ਜੇਲ੍ਹ ਦੇ ਵਿੱਚ ਭੇਜ ਦਿੱਤਾ। ਇਹ ਜੇਲ੍ਹ ਆਮ ਨਹੀਂ ਸੀ, ਇੱਥੇ ਵੱਡੇ ਵੱਡੇ ਰਿਆਸਤਾਂ ਦੇ ਰਾਜੇ ਕੈਦ ਕੀਤੇ ਸਨ, ਜਿਹੜੇ ਜੰਗ ਵਿੱਚ ਹਾਰ ਗਏ ਸਨ ਕਿਸੇ ਨਾ ਕਿਸੇ ਢੰਗ ਨਾਲ। ਜਦ ਗੁਰੂ ਸਾਹਿਬ ਗਏ ਤਾਂ ਉੱਥੇ ਜਿਹੜੇ ਰਾਜੇ ਜਿਨ੍ਹਾਂ ਦੇ ਜੀਵਨ ਦੀ ਚਾਹਤ, ਜੀਵਨ ਦੀ ਉਮੀਦ ਹੀ ਮੁੱਕ ਚੁੱਕੀ ਸੀ, ਤਾਂ ਸਤਿਗੁਰੂ ਪਾਰਸ ਨੂੰ ਛੋਹ ਕੇ ਉਹਨਾਂ ਨੂੰ ਆਪਣੇ ਕੰਚਨ ਹੋਣ ਦੀ ਕੁੱਦ ਸੁੱਧ ਪਰਤੀ। ਗੁਰੂ ਸਾਹਿਬ ਜੀ ਕਾਫੀ ਸਮਾਂ ਉੱਥੇ ਰਹੇ, ਕਿਉਂਕਿ 12 ਸਾਲ ਦੀ ਕੈਦ ਦਾ ਹੁਕਮ ਸੀ। ਇਸੇ ਦੌਰਾਨ ਗੁਰੂ ਸਾਹਿਬ ਜੀ ਦੇ ਚਰਨਾਂ ਨਾਲ ਜੁੜ ਕੇ ਉਹ ਰਾਜੇ ਜਿਹੜੇ ਉਸ ਅਗਨ ਦੇ ਵਿੱਚ ਭੁੱਜ ਰਹੇ ਸਨ, ਗੁਰੂ ਨੂੰ ਪਾ ਕੇ ਸੁਹਾਵਣੇ ਜੀਵਨ ਵਾਲੇ ਹੋ ਗਏ। ਅਤੇ ਜਦੋਂ 19 ਨੂੰ ਜਿਹੜਾ ਸ਼ਾਹਜਹਾਨ ਦਾ ਸੰਬੰਧ ਵਜ਼ੀਰ ਖਾਨ ਦਾ ਨਾਲ ਬਣਿਆ, ਨਵਾਂ ਦਰਬਾਰੀ ਬਣਿਆ, ਮੁਰਤਜ਼ਾ ਖਾਂ ਦੀ ਮੌਤ ਹੋ ਗਈ। ਅਤੇ ਫਿਰ ਉਸ ਸਮੇਂ ਦੇ ਵਿੱਚ ਸਾਈਂ ਮੀਆਂ ਮੀਰ ਅਤੇ ਮਲਕਾ ਨੂਰ ਜਹਾਨ ਦਾ ਪਿਤਾ ਆਸਫ ਖਾਨ, ਜਿਹਦੇ ਸਹਿਯੋਗ ਦੇ ਨਾਲ ਸ਼ਾਹਜਹਾਨ ਬਾਦਸ਼ਾਹ ਬਣਿਆ ਸੀ, ਉਹਨੇ ਆਪਣੀ ਨੀਤੀ 'ਚ ਬਦਲਾਅ ਕਰ ਲਿਆ ਕਿ ਆਪਾਂ ਐਵੇਂ ਨਹੀਂ ਕਰਨਾ। ਤਾਂ ਫਿਰ ਉਸੇ ਸਮੇਂ ਦੇ ਵਿੱਚ ਸਾਈਂ ਮੀਆਂ ਮੀਰ ਦੀ ਪ੍ਰੇਰਣਾ ਦੇ ਨਾਲ ਉਹਨੇ ਕਿਹਾ ਕਿ ਗੁਰੂ ਸਾਹਿਬ ਜੀ ਨੂੰ ਰਿਹਾ ਕਰ ਦਿੱਤਾ ਜਾਵੇ। ਅਤੇ ਜਹਾਂਗੀਰ ਨੇ ਉਹਦੇ ਵਿੱਚ ਕਹਿ ਦਿੱਤਾ ਸੀ ਕਿ ਰਿਹਾ ਉਹਨੇ ਕਰਾਂਗੇ ਜਿੰਨੇ ਤੁਹਾਡੇ ਚੋਲਾ ਪਕੜ ਕੇ ਬਾਹਰ ਆ ਸਕਣ। ਤਾਂ ਗੁਰੂ ਸਾਹਿਬ ਜੀ ਨੇ ਹਰੀਦਾਸ ਦਰੋਗੇ ਨੂੰ ਕਿਹਾ ਕਿ ਅਸੀਂ ਇੱਕ ਵੀ ਨਹੀਂ ਰਹਿਣ ਦੇਣਾ, ਇਹ ਜੇਲ੍ਹ ਹੀ ਨਹੀਂ ਰਹਿਣ ਦੇਣੀ ਇੱਥੇ, ਭਾਵ ਕਿ ਜਦੋਂ ਕੈਦੀ ਨਾ ਰਹੇ ਜੇਲ੍ਹ ਕਾਹਦੀ। ਫਿਰ ਗੁਰੂ ਸਾਹਿਬ ਜੀ ਨੇ ਹਰੀਦਾਸ ਦਰੋਗੇ ਨੂੰ ਕਿਹਾ, ਇਹ ਹਰੀਦਾਸ ਦਰੋਗਾ ਲੱਖੀ ਸ਼ਾਹ ਵਣਜਾਰੇ ਦਾ ਮਿੱਤਰ ਸੀ, ਦੋਸਤ ਸੀ, ਉਹਨਾਂ ਦਾ ਰਿਸ਼ਤੇਦਾਰ ਸੀ ਵਿੱਚ। ਤਾਂ ਫਿਰ ਹਰੀਦਾਸ ਦਰੋਗੇ ਨੇ 52 ਕਲੀਆਂ ਵਾਲਾ ਚੋਲਾ ਧਾਰਨ ਗੁਰੂ ਸਾਹਿਬ ਜੀ ਨੂੰ ਕਰਵਾਇਆ, ਭੇਟ ਕੀਤਾ। ਗੁਰੂ ਸਾਹਿਬ ਜੀ ਨੇ ਇੱਕ ਇੱਕ ਕਲੀ ਦਾ ਭਾਵ ਪਕੜਾ ਕੇ ਸਾਰੇ ਰਾਜੇ ਮੁਕਤ ਕਰਾ ਲਏ। ਅਤੇ ਜਦੋਂ ਗੁਰੂ ਸਾਹਿਬ ਜੀ ਜੇਲ੍ਹ ਦੇ ਵਿੱਚੋਂ ਬਾਹਰ ਆਏ, ਬੰਦੀ ਛੋੜਦਾ, ਤਾਂ ਹਰੀਦਾਸ ਦਰੋਗੇ ਨੇ ਕਹਿੰਦੇ ਉਸ ਜੇਲ੍ਹ ਦੇ ਵਿੱਚ ਦੀਪਮਾਲਾ ਕੀਤੀ ਸੀ। 26 ਅਕਤੂਬਰ 1618 ਦੇ ਵਿੱਚ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਗਵਾਲੀਅਰ ਦੀ ਸ਼ਾਹੀ ਜੇਲ੍ਹ ਦੇ ਵਿੱਚੋਂ ਮੁਕਤ ਹੋਏ। ਫਿਰ ਉੱਥੋਂ ਚੱਲਦੇ 27 ਜਨਵਰੀ 1619 ਨੂੰ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਗੋਇੰਦਵਾਲ ਸਾਹਿਬ ਵਿਖੇ ਪੁੱਜੇ, ਅੰਮ੍ਰਿਤਸਰ ਆਏ। ਸਿੱਖ ਸੰਗਤਾਂ ਨੇ ਦੀਪਮਾਲਾ ਕੀਤੀ, ਸਤਿਗੁਰੂ ਸਾਹਿਬ ਜੀ ਦਾ ਸਵਾਗਤ ਕੀਤਾ। ਤਾਂ ਜਦੋਂ ਗਵਾਲੀਅਰ ਦੀ ਜੇਲ੍ਹ ਵਿੱਚ ਗੁਰੂ ਸਾਹਿਬ ਜੀ ਨਜ਼ਰਬੰਦ ਸਨ, ਬਾਬਾ ਬੁੱਢਾ ਜੀ, ਭਾਈ ਜੇਠਾ ਜੀ, ਹੋਰ ਬੜੇ ਗੁਰੂ ਕੇ ਪਰਉਪਕਾਰੀ ਸਿੱਖ ਕਹਿੰਦੇ ਪੂਰੀ ਜੇਲ੍ਹ ਦੀ ਬਾਹਰੋਂ ਬਾਹਰ ਪਰਿਕਰਮਾ ਕਰਕੇ ਅਤੇ ਮਨ ਹੀ ਮਨ ਸਜਦਾ ਕਰਕੇ ਵਾਪਸ ਪਰਤ ਆਉਂਦੇ ਸਨ। ਐਸੇ ਦੀਨ ਦਿਆਲ ਸਤਿਗੁਰੂ ਦੀ ਅਸੀਂ ਯਾਦ ਨੂੰ ਮਰਾ ਰਹੇ। ਸਤਿਗੁਰੂ ਕਿਰਪਾ ਕਰੇ, ਉਹ ਤਾਂ ਪ੍ਰਤੱਖ ਜੇਲ੍ਹ ਦੇ ਵਿੱਚੋਂ ਰਿਹਾ ਹੋ ਗਏ, ਅਸੀਂ ਅਗਿਆਨ ਦੀ, ਅਵਿਦਿਆ ਦੀ, ਮਨਮੁਖਤਾ ਦੀ, ਵਿਕਾਰਾਂ ਦੀ ਜੇਲ੍ਹ ਦੇ ਵਿੱਚ ਸਾਡਾ ਜੀਵਨ ਗੁਜ਼ਰ ਰਿਹਾ। ਗੁਰੂ ਸ਼ਬਦ ਦਾ ਦੀਪਕ ਜਲਾ ਕੇ ਬੰਦੀ ਛੋੜ ਦਾਤੇ ਦੀ ਕਿਰਪਾ ਨੂੰ ਹਿਰਦੇ ਅੰਦਰ ਮਹਿਸੂਸ ਕਰਕੇ ਅਸੀਂ ਆਪਣੇ ਜੀਵਨ ਨੂੰ ਮੁਕਤ ਕਰੀਏ। ਗੁਰੂ ਕਿਰਪਾ ਦੇ ਪਾਤਰ ਬਣੀਏ, ਆਪਣੇ ਘਰਾਂ ਦੇ ਵਿੱਚ ਸ਼ਬਦ ਦਾ ਦੀਪਕ ਜ਼ਰੂਰ ਜਲਾਈਏ। ਜਿਹੜਾ ਆਪਣੇ ਤਿਉਹਾਰ ਦੀ ਸੈਲੀਬ੍ਰੇਸ਼ਨ ਨੂੰ ਪੂਰਾ ਕਰਨ ਦੇ ਲਈ ਬਾਕੀ ਯਤਨ ਅਸੀਂ ਸਾਰੇ ਕਰਨੇ ਨੇ, ਕਿਤੇ ਯਤਨ ਕਰਨਾ ਚਾਹੀਦਾ ਕਿ ਸਾਡੇ ਘਰ ਦੇ ਵਿੱਚ ਕੋਈ ਗੁਰਬਾਣੀ ਵਿਆਖਿਆ ਦੀ ਪੋਥੀ ਪਈ ਹੋਵੇ, ਕੋਈ ਪੜ੍ਹਨ ਵਾਲਾ ਹੋਵੇ। ਇਸ ਗੱਲ ਨੂੰ ਵਿਚਾਰੀਏ। ਅੱਜ ਵੀ ਹੁਣ ਮੈਂ ਇਸ ਗੱਲ ਨੂੰ ਕੱਲ੍ਹ ਹੀ ਵਾਚ ਰਿਹਾ ਸਾਂ ਕਿ ਅੱਜ ਜੋ ਵਾਰ ਹੈ ਉੱਥੇ ਜਿਹੜਾ ਤਿਉਹਾਰ ਆਇਆ ਹੈ, ਅਤੇ ਕਿਤੇ ਸਿੱਖਾਂ ਦੀ ਪ੍ਰਤੀਤ ਫੇਰ ਡੋਲ ਜਾਣੀ ਇੱਥੇ ਆ ਕੇ ਕਿ ਸ਼ਨੀਵਾਰ ਤਿਉਹਾਰ ਆਇਆ ਹੈ, ਬੜਾ ਭਾਰਾ ਹੈ। ਕੱਲ੍ਹ 3-4 ਦੇ ਮੂੰਹ ਤੋਂ ਸੁਣਨ ਨੂੰ ਮਿਲਿਆ ਨਾ ਮੈਨੂੰ, ਇਸ ਕਰਕੇ। ਤਾਂ ਇਸ ਕਰਕੇ ਇਹੋ ਜਿਹੇ ਭਰਮ ਵਹਿਮੀ ਮਾਨਸਿਕਤਾ ਦੇ ਵਿੱਚ ਪੈਣ ਦੀ ਬਜਾਏ ਗੁਰੂ ਸ਼ਬਦ ਨਾਲ ਜੁੜੀਏ। ਗੁਰੂ ਕੀ ਕਿਰਪਾ ਦੇ ਮੜੇ ਸਤਿਗੁਰੂ ਸਭ ਪ੍ਰਕਾਰ ਕਰਕੇ ਸਾਡੇ ਸਹਾਇਕ ਹੋਣ। ਗੁਰੂ ਕਿਰਪਾ ਕਰੇ। ਸ਼ਬਦ ਦੀ ਵਿਚਾਰ ਦਾ ਭਾਵ ਸਤਿਗੁਰੂ ਦੇ ਬੰਦੀ ਛੋੜ, ਕਿਰਪਾਲੂ ਹੋਣ ਦਾ ਭਾਵ ਸਾਡੇ ਸਾਰਿਆਂ ਦੇ ਹਿਰਦੇ ਅੰਦਰ ਵਸ ਜਾਏ। ਗੁਰੂ ਸ਼ਬਦ ਦੀ ਕਮਾਈ ਕਰਕੇ ਅਸੀਂ ਗੁਰੂ ਕਿਰਪਾ ਦੇ ਪਾਤਰ ਬਣੀਏ। ਸਤਿਗੁਰੂ ਕਿਰਪਾ ਕਰੇ। ਪਾਵਨ ਉਪਦੇਸ਼ ਸਾਰਿਆਂ ਦੇ ਹਿਰਦੇ ਅੰਦਰ ਵਸ ਜਾਏ ਜੀ। ਸਾਰਿਆਂ ਦਾ ਇੱਥੇ ਆਇਆ ਸਫਲ ਹੋਵੇ। ਆਪ ਜੀ ਦੇ ਨਾਲ ਪਾਵਨ ਸ਼ਬਦ ਵਿਚਾਰ ਦੀ ਸਾਂਝ ਪਾਉਂਦਿਆਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਜਾਚਨਾ ਜੀ। ਬੜੇ ਅਦਬ ਸਹਿਤ ਗੱਜ ਕੇ ਫਤਿਹ ਅਰਜ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।